ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 27 ਅਪ੍ਰੈਲ ਹੈ ਤੇ ਦਿਨ ਮੰਗਲਵਾਰ ਹੈ। ਅੱਜ ਦੇ ਦਿਨ ਦੀਆਂ ਅਹਿਮ ਖਬਰਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨੇ ਆ। ਵੱਡੀ ਖਬਰ ਹੈ ਕਿ ਦੀਪ ਸਿੱਧੂ ਦੀ ਲੰਘੀ ਦੇਰ ਰਾਤ ਤਿਹਾੜ ਜੇਲ੍ਹ ਦੇ ਵਿੱਚੋਂ ਰਿਹਾਈ ਹੋ ਗਈ ਹੈ। ਰਿਹਾਈ ਤੋਂ ਬਾਅਦ ਦੀਪ ਸਿੱਧੂ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ। ਡੀਐਸਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਦੀਪ ਸਿੱਧੂ ਨੂੰ ਲੈਣ ਲਈ ਪਹੁੰਚੇ ਹੋਏ ਸੀ। ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਣ ਦੌਰਾਨ ਦੀਪ ਸਿੱਧੂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਜਦਾ ਕੀਤਾ, ਧੰਨਵਾਦ ਕੀਤਾ, ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਕਿਸਾਨਾਂ ਦੇ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਦੀਪ ਸਿੱਧੂ ਨੇ ਕਿਹਾ ਕਿ ਮੈਂ ਅੱਜ ਵੀ ਕਿਸਾਨਾਂ ਦਾ ਸੋਲਜਰ ਹਾਂ, ਕਿਸਾਨਾਂ ਦਾ ਸਿਪਾਹੀ ਹਾਂ ਅਤੇ ਕਿਸਾਨਾਂ ਦੇ ਹੱਕਾਂ ਦੇ ਲਈ ਲੜਦਾ ਰਹਾਂਗਾ। ਦੀਪ ਸਿੱਧੂ ਤੋਂ ਇਲਾਵਾ ਜਸਪ੍ਰੀਤ ਸਿੰਘ ਸਨੀ ਨੌਜਵਾਨ ਦੀ ਵੀ ਜੇਲ੍ਹ ਚੋਂ ਰਿਹਾਈ ਹੋ ਗਈ ਹੈ ਅਤੇ ਇਕਬਾਲ ਸਿੰਘ ਦੀ ਵੀ ਲਾਲ ਕਿਲਾ ਘਟਨਾਵਾਂ ਦੇ ਮਾਮਲੇ ਦੇ ਵਿੱਚ ਰਿਹਾਈ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਸੁਣਾ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਅੱਜ ਰਾਤ ਤੋਂ ਕਰਫਿਊ ਦਾ ਸਮਾਂ ਵੱਧ ਹੋਵੇਗਾ। ਅੱਜ ਰਾਤ ਤੋਂ ਕਰਫਿਊ ਸ਼ਾਮ 6 ਵਜੇ ਤੋਂ ਲੱਗ ਜਾਏਗਾ ਤੇ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਦਰਮਿਆਨ ਸ਼ਹਿਰਾਂ ਦੇ ਵਿੱਚ ਦੁਕਾਨਾਂ ਹੁਣ ਸ਼ਾਮ 5 ਵਜੇ ਤੱਕ ਬੰਦ ਹੋ ਜਾਣਗੀਆਂ। ਸਿਰਫ 5 ਵਜੇ ਤੱਕ ਹੀ ਦੁਕਾਨਾਂ ਖੋਲੀਆਂ ਜਾ ਸਕਦੀਆਂ ਨੇ। ਪਹਿਲਾਂ ਪੰਜਾਬ ਦੇ ਵਿੱਚ ਰਾਤ 8 ਵਜੇ ਤੋਂ 5 ਵਜੇ ਤੱਕ ਕਰਫਿਊ ਹੁੰਦਾ ਸੀ, ਜਿਹੜਾ ਕਿ ਹੁਣ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਕਐਂਡ ਲਾਕਡਾਊਨ ਦਾ ਵੀ ਐਲਾਨ ਕਰ ਦਿੱਤਾ ਹੈ। ਵੀਕਐਂਡ ਲਾਕਡਾਊਨ ਇਸ ਹਫ਼ਤੇ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਤੇ ਇਸ ਦਰਮਿਆਨ ਇਹ ਵੱਡੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਇਹ ਹੁਕਮ ਜਾਰੀ ਰਹਿਣਗੇ। ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲੰਘੇ 24 ਘੰਟਿਆਂ ਦੇ ਵਿੱਚ 31 ਕਰੋਨਾ ਮਰੀਜ਼ਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਕਰੋਨਾ ਮਹਾਮਾਰੀ ਦੇ ਦੌਰ ਦੌਰਾਨ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ ਪਟਿਆਲੇ ਦੇ ਵਿੱਚ। ਮੌਤਾਂ ਦਾ ਆਕਸੀਜਨ ਦੀ ਤੋਟ ਨਾਲ ਕੋਈ ਸੰਬੰਧ ਨਹੀਂ, ਇਹ ਨੋਡਲ ਆਫੀਸਰ ਕਹਿ ਰਹੇ ਨੇ। ਤਾਂ ਫਿਰ ਇੰਨੀਆਂ ਮੌਤਾਂ ਹੋ ਕਿਵੇਂ ਰਹੀਆਂ ਨੇ, ਇਸ ਦੀ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹਸਪਤਾਲ ਪ੍ਰਬੰਧਕਾਂ ਦੇ ਵੱਲੋਂ। ਕੋਰੋਨਾ ਕਾਰਨ ਦਿੱਲੀ ਦੇ ਵਿੱਚ 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਮੁਫਤ ਟੀਕਾ ਲੱਗੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਐਲਾਨ ਕਰ ਦਿੱਤਾ। ਨਾਲ ਹੀ ਮੰਗ ਕੀਤੀ ਹੈ ਕਿ ਟੀਕੇ ਦਾ ਭਾਅ ਪੂਰੇ ਦੇਸ਼ ਦੇ ਵਿੱਚ ਇੱਕ ਹੋਣਾ ਚਾਹੀਦਾ ਹੈ, ਕਿਉਂਕਿ ਕੇਂਦਰ ਸਰਕਾਰ ਨੇ 150 ਰੱਖਿਆ ਹੈ, ਕੰਪਨੀਆਂ 600 400 ਇਸ ਤਰ੍ਹਾਂ ਰੱਖ ਰਹੀਆਂ ਨੇ। ਕੇਜਰੀਵਾਲ ਨੇ ਕਿਹਾ ਕਿ ਕੀਮਤ ਇਕਸਾਰ ਹੋਣੀ ਚਾਹੀਦੀ ਹੈ ਪੂਰੇ ਦੇਸ਼ ਦੇ ਵਿੱਚ। ਮਦਰਾਸ ਹਾਈ ਕੋਰਟ ਨੇ ਕਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਦੱਸਿਆ ਹੈ। ਕਿਹਾ ਕਿ ਜਦੋਂ ਵੋਟਾਂ ਪੈ ਰਹੀਆਂ ਸੀ, ਜਦੋਂ ਰੈਲੀਆਂ ਹੋ ਰਹੀਆਂ ਸੀ, ਉਦੋਂ ਤੁਸੀਂ ਕਿਸੇ ਹੋਰ ਗ੍ਰਹਿ ਤੇ ਘੁੰਮ ਰਹੇ ਸੀ। ਅਧਿਕਾਰੀਆਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਨਾ ਚਾਹੀਦਾ ਹੈ, ਇਹ ਕਿਹਾ ਮਦਰਾਸ ਹਾਈ ਕੋਰਟ ਨੇ। ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦੀ ਖਿਚਾਈ ਕੀਤੀ ਹੈ। ਕਿਹਾ ਕਿ ਆਕਸੀਜਨ ਸੰਕਟ ਦੇ ਮੱਦੇਨਜ਼ਰ ਬੁਨਿਆਦੀ ਢਾਂਚਾ ਵਿਕਸਿਤ ਕਰਨਾ ਅਤੇ ਹਸਪਤਾਲਾਂ ਦੇ ਵਿੱਚ ਇਸ ਸੰਕਟ ਦੇ ਲਈ ਦੋਵੇਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਸਰਕਾਰੀ ਅੰਕੜੇ ਕਹਿੰਦੇ ਨੇ ਕਿ ਦੇਸ਼ ਭਰ ਵਿੱਚ ਲੰਘੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 2812 ਮੌਤਾਂ ਹੋਈਆਂ ਨੇ। ਭਾਰਤ ਵਿੱਚ ਰਿਕਾਰਡ 3.5 ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਨੇ। ਦਿੱਲੀ ਦੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਇਸ ਵਕਤ ਬੁਰਾ ਹਾਲ ਹੈ। ਦਿੱਲੀ ਦਾ ਜਿਹੜਾ ਸਭ ਤੋਂ ਵੱਧ ਹਾਲਾਤ ਨੇ ਉਹ ਵਿਗੜੇ ਹੋਏ ਦੇਖੇ ਜਾ ਰਹੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੋਦੀ ਸਰਕਾਰ ਖਿਲਾਫ ਪੰਜਾਬ ਦੇ ਨਾਲ ਵਿਤਕਰਾ ਕਰਨ ਦੇ ਇਲਜ਼ਾਮ ਲਾਏ ਨੇ। ਜਾਖੜ ਨੇ ਕਿਹਾ ਕਿ ਔਖ ਦੀ ਘੜੀ ਦੇ ਵਿੱਚ ਵੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਕੇਂਦਰ ਸਰਕਾਰ ਨੂੰ ਪੰਜਾਬ ਦੇ ਨਾਲ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਬਣਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ। ਅੰਮ੍ਰਿਤਸਰ ਤੇ ਬਠਿੰਡਾ ਵਿੱਚ ਆਕਸੀਜਨ ਖਤਮ ਹੋਣ ਦਾ ਦਾਅਵਾ ਕੀਤਾ ਹੈ ਸੁਨੀਲ ਜਾਖੜ ਨੇ। ਪੰਜਾਬ ਕੈਬਨਿਟ ਦੀ ਕੱਲ੍ਹ ਬੈਠਕ ਹੋਈ, ਜਿਸ ਦਰਮਿਆਨ ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਬਣਾਈ ਵਿਸ਼ੇਸ਼ ਜਾਂਚ ਟੀਮ ਨੂੰ ਖਾਰਜ ਕੀਤੇ ਜਾਣ ਦੇ ਮਾਮਲੇ ਤੇ ਕਾਫੀ ਹੰਗਾਮਾ ਹੋਇਆ। ਕੈਬਨਿਟ ਵਿੱਚ ਅਦਾਲਤੀ ਫੈਸਲੇ ਦੀ ਕਾਪੀ ਨੂੰ ਰੱਖਿਆ ਗਿਆ, ਜਿਸ ਦੀ ਕਾਨੂੰਨੀ ਨੁਕਤਿਆਂ ਤੋਂ ਸਮੀਖਿਆ ਕੀਤੀ ਗਈ। ਮੰਤਰੀਆਂ ਨੇ ਇਸ ਮਾਮਲੇ ਤੇ ਕਾਫੀ ਤਿੱਖੇ ਤੇਵਰ ਦਿਖਾਏ ਤੇ ਸਹਿਮਤੀ ਬਣੀ ਕਿ ਨਵੀਂ ਵਿਸ਼ੇਸ਼ ਜਾਂਚ ਟੀਮ ਫੌਰੀ ਬਣਾ ਕੇ ਇਸ ਮਾਮਲੇ ਨੂੰ 6 ਮਹੀਨਿਆਂ ਦੇ ਵਿੱਚ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚਾਇਆ ਜਾਵੇ। ਸੂਤਰ ਇਹ ਵੀ ਦੱਸਦੇ ਨੇ ਕਿ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਅਸਤੀਫਾ ਤੱਕ ਪੇਸ਼ ਕਰ ਦਿੱਤਾ, ਜਿਸ ਨੂੰ ਮੌਕੇ ਤੇ ਹੀ ਨਾ ਮਨਜ਼ੂਰ ਕਰ ਦਿੱਤਾ ਗਿਆ। ਦੋਵੇਂ ਲੀਡਰਾਂ ਨੇ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ। ਕੈਬਨਿਟ ਵਿੱਚ ਇਹ ਗੱਲ ਚੱਲੀ ਕਿ ਜੇਕਰ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਵਿੱਚ ਢਿੱਲ ਵਰਤੀ ਗਈ ਤਾਂ ਕਾਂਗਰਸ ਪਾਰਟੀ ਨੂੰ ਅਗਲੀਆਂ ਚੋਣਾਂ ਵਿੱਚ ਲੋਕਾਂ 'ਚ ਜਾਣਾ ਮੁਸ਼ਕਿਲ ਹੋ ਜਾਏਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਵਿੱਚ ਕਰੋਨਾ ਯੋਧਿਆਂ ਤੇ ਪੁਲਿਸ ਵਿਚਾਲੇ ਧੱਕਾ ਮੁੱਕੀ ਹੋਈ। ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾਂਦੇ ਕਰੋਨਾ ਯੋਧਿਆਂ ਨੂੰ ਵਾਈਪੀਐਸ ਚੌਂਕ ਦੇ ਵਿੱਚ ਹੀ ਪੁਲਿਸ ਨੇ ਰੋਕ ਲਿਆ। ਸਿਹਤ ਮੰਤਰੀ ਨਾਲ ਮੀਟਿੰਗ ਤੈਅ ਹੋਣ ਤੋਂ ਬਾਅਦ ਇਹਨਾਂ ਨੇ ਧਰਨਾ ਚੁੱਕਿਆ। ਸਾਰੇ ਕਰੋਨਾ ਯੋਧੇ ਪੰਜਾਬ ਸਰਕਾਰ ਵੱਲੋਂ ਭਰਤੀ ਕਰਕੇ ਕੁਝ ਮਹੀਨਿਆਂ ਬਾਅਦ ਨੌਕਰੀਆਂ ਹਟਾਏ ਜਾਣ ਤੋਂ ਬਾਅਦ ਆਪਣਾ ਰੋਸ ਪ੍ਰਗਟਾ ਰਹੇ ਸੀ। ਕੁਝ ਮਹੀਨਿਆਂ ਦੀ ਜਿਹੜੀ ਬਕਾਇਆ ਤਨਖਾਹ ਹੈ ਉਸ ਦੀ ਮੰਗ ਕਰ ਰਹੇ ਸੀ ਤੇ ਮੁੜ ਬਹਾਲੀ ਲਈ ਇਹ ਮੰਗ ਕਰ ਰਹੇ ਸੀ, ਜਿਨ੍ਹਾਂ ਦੀ ਹੁਣ 7 ਮਈ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਨਾਲ ਮੀਟਿੰਗ ਹੋਵੇਗੀ। ਲੁਧਿਆਣਾ ਦੇ ਵਿੱਚ ਸੰਸਕਾਰ ਕਰਨ ਲਈ ਆਟੋ ਰਿਕਸ਼ਿਆਂ ਦੇ ਵਿੱਚ ਲਾਸ਼ਾਂ ਲਿਆਂਦੀਆਂ ਜਾ ਰਹੀਆਂ ਨੇ, ਕਿਉਂਕਿ ਕਿਰਾਇਆ ਵੱਧ ਹੋਣ ਕਾਰਨ ਗਰੀਬ ਪਰਿਵਾਰ ਐਂਬੂਲੈਂਸ ਦੀ ਸਹੂਲਤ ਲੈਣ ਤੋਂ ਅਸਮਰੱਥ ਹੈਗੇ ਨੇ। ਪਰ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਕੀ ਐਂਬੂਲੈਂਸ ਮੁਫਤ ਨਹੀਂ ਦਿੱਤੀ ਜਾ ਸਕਦੀ। ਇਸ ਦਰਮਿਆਨ ਲੁਧਿਆਣਾ ਦਾ ਵਰਧਮਾਨ ਗਰੁੱਪ ਵੀ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਅੱਗੇ ਆਇਆ ਹੈ। ਵਰਧਮਾਨ ਗਰੁੱਪ ਦੇ ਵੱਲੋਂ ਰੋਜ਼ਾਨਾ 1500 ਸਿਲੰਡਰ ਆਕਸੀਜਨ ਤਿਆਰ ਕਰਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕੀਤੀ ਜਾ ਰਹੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਲੇਹ ਲਦਾਖ ਦੇ ਸਿਆਚਿਨ ਗਲੇਸ਼ੀਅਰ ਦੇ ਹੇਠ ਦੱਬਣ ਕਾਰਨ ਪੰਜਾਬ ਦੇ ਬੋਹਾ ਤੇ ਬਰਨਾਲਾ ਦੇ 2 ਨੌਜਵਾਨ ਸ਼ਹੀਦ ਹੋ ਗਏ ਨੇ। ਸ਼ਹੀਦਾਂ ਵਿੱਚ ਬੋਹਾ ਹਲਕੇ ਦੇ ਪਿੰਡ ਹਾਕਮਵਾਲਾ ਦਾ ਸ਼ਹੀਦ ਪ੍ਰਭਜੀਤ ਸਿੰਘ 23 ਸਾਲ ਦੀ ਉਮਰ, ਬਰਨਾਲਾ ਦੇ ਪਿੰਡ ਕਰਮਗੜ੍ਹ ਦਾ ਅਮਰਦੀਪ ਸਿੰਘ ਉਮਰ ਮਹਿਜ਼ 22 ਸਾਲ ਸੀ, ਦੋਵੇਂ ਸ਼ਾਮਲ ਨੇ। ਪ੍ਰਭਜੀਤ ਸਿੰਘ 3 ਸਾਲ ਪਹਿਲਾਂ ਪਿੰਡ 'ਚ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ 21 ਪੰਜਾਬ ਬਟਾਲੀਅਨ ਵਿੱਚ ਫੌਜੀ ਭਰਤੀ ਹੋਇਆ ਸੀ ਤੇ ਇਸ ਵਕਤ ਸਿਆਚਿਨ ਦੇ ਵਿੱਚ ਤੈਨਾਤ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਬੇਅਦਬੀ ਕਾਂਡ ਦੇ ਮਸਲੇ ਤੇ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੀ ਬਿਆਨਬਾਜ਼ੀ ਕਰ ਰਹੇ ਨੇ, ਚੁੱਪ ਨਹੀਂ ਬੈਠ ਰਹੇ। ਕੱਲ ਵੀ ਉਹਨਾਂ ਨੇ ਧੜਾ-ਧੜ 3 ਟਵੀਟ ਕੀਤੇ, ਜਿਸ ਤੋਂ ਬਾਅਦ ਅਕਾਲੀਆਂ ਨੇ ਕੈਪਟਨ ਰੰਧਾਵਾ ਤੇ ਬਾਜਵਾ ਦਾ ਅਸਤੀਫਾ ਮੰਗਿਆ। ਮਜੀਠੀਆ ਨੇ ਕਾਂਗਰਸੀ ਲੀਡਰਾਂ ਤੇ ਸਾਜ਼ਿਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਦੋਸ਼ ਲਾਏ। ਇਸ ਦਰਮਿਆਨ ਮਜੀਠੀਆ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਸਮੇਤ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨੇ ਸਾਧੇ, ਪਰ ਸਿੱਖ ਪੰਥ ਦੇ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 30 ਅਪ੍ਰੈਲ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਏਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰੋਨਾ ਦੀ ਦੂਸਰੀ ਲਹਿਰ। ਇੱਕਦਮ ਇੰਨੀ ਤੇਜ਼ੀ ਦੇ ਨਾਲ ਇਹ ਵੇਵ ਆਈ ਹੈਗੀ ਹੈ, ਇਹ ਲਹਿਰ ਆਈ ਹੈ ਕਿ ਕਿੰਨੇ ਹੀ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਨੇ। ਭਾਰਤ ਦੇ ਵਿੱਚ ਸ਼ਾਇਦ ਹਰ ਕੋਈ ਵਿਅਕਤੀ ਹੈ ਜਿਹੜਾ ਉਹ ਸੁਣ ਚੁੱਕਿਆ ਹੋਏਗਾ ਪਿਛਲੇ 1 ਹਫ਼ਤੇ ਦੇ ਵਿੱਚ ਕਿ ਉਹਦੇ ਜਾਣ ਪਛਾਣ ਵਾਲਿਆਂ ਦੇ ਵਿੱਚੋਂ ਕਿਸੇ ਨਾ ਕਿਸੇ ਦੀ ਮੌਤ ਜ਼ਰੂਰ ਹੋਈ ਹੈ ਇਸ ਦੂਸਰੀ ਵੇਵ ਦੇ ਵਿੱਚ, ਇਸ ਦੂਸਰੀ ਲਹਿਰ ਦੇ ਵਿੱਚ। ਦਿੱਲੀ ਦੇ ਵਿੱਚ ਜੋ ਹਾਲਾਤ ਨੇ ਉਹ ਕਿਸੇ ਤੋਂ ਵੀ ਲੁਕੇ ਨਹੀਂ ਹੈਗੇ। ਅਜਿਹੇ ਵਿੱਚ ਮਦਰਾਸ ਹਾਈ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ, ਬਹੁਤ ਹੀ ਸਖਤ ਟਿੱਪਣੀ ਕੀਤੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਨੇ ਤੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਨੇ, ਕੁਝ ਦੇ ਵਿੱਚ ਤੇ ਕੁਝ ਦੇ ਵਿੱਚ ਹੋ ਰਹੀਆਂ ਨੇ। ਹਾਲੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਪੰਚਾਇਤੀ ਚੋਣਾਂ ਹੋ ਰਹੀਆਂ ਨੇ। ਲਗਾਤਾਰ ਸਵਾਲ ਖੜੇ ਹੋ ਰਹੇ ਨੇ। ਮਦਰਾਸ ਹਾਈ ਕੋਰਟ ਨੇ ਚੋਣ ਕਮਿਸ਼ਨ ਦੇ ਸਿਰ ਇਹ ਸਾਰਾ ਭਾਂਡਾ ਫੋੜਿਆ ਹੈ। ਚੋਣ ਕਮਿਸ਼ਨ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। ਮਦਰਾਸ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਸੰਜੀਵ ਬੈਨਰਜੀ ਨੇ ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਵਕੀਲ ਨੂੰ ਸਖਤੀ ਦੇ ਨਾਲ ਤਾੜਨਾ ਕਰਦਿਆਂ ਕਿਹਾ ਕਿ ਕਰੋਨਾ ਦੀ ਦੂਸਰੀ ਲਹਿਰ ਦੇ ਲਈ ਸਿਰਫ ਤੇ ਸਿਰਫ ਚੋਣ ਕਮਿਸ਼ਨ ਜ਼ਿੰਮੇਦਾਰ ਹੈ। ਹਾਈ ਕੋਰਟ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਖਿਲਾਫ ਕਤਲ ਵਰਗੇ ਦੋਸ਼ ਲੱਗਣੇ ਚਾਹੀਦੇ ਨੇ, ਕਿਉਂਕਿ ਇੰਨੇ ਲੋਕਾਂ ਦੀ ਜਿਹੜੀ ਮੌਤ ਹੋ ਰਹੀ ਹੈ ਕਰੋਨਾ ਵਾਇਰਸ ਕਰਕੇ, ਉਹਨਾਂ ਸਾਰਿਆਂ ਦੀ ਮੌਤ ਸਿਰਫ ਮੌਤ ਨਹੀਂ ਬਲਕਿ ਕਤਲ ਹੈ ਤੇ ਕਤਲ ਦਾ ਇਲਜ਼ਾਮ ਲੱਗਣਾ ਚਾਹੀਦਾ ਹੈ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਖਿਲਾਫ। ਇਸ ਦੌਰਾਨ ਉਹਨਾਂ ਨੇ ਚੋਣ ਕਮਿਸ਼ਨ ਦੇ ਵਕੀਲ ਨੂੰ ਪੁੱਛਿਆ ਕਿ ਜਦੋਂ ਚੋਣ ਰੈਲੀਆਂ ਹੋ ਰਹੀਆਂ ਸੀ ਤਾਂ ਉਸ ਵੇਲੇ ਤੁਸੀਂ ਕਿਸੇ ਹੋਰ ਗ੍ਰਹਿ ਤੇ ਘੁੰਮ ਰਹੇ ਸੀ। ਬੜੀ ਸਖਤੀ ਦੇ ਨਾਲ ਇਹਦੇ ਵਿੱਚ ਸਵਾਲ ਨੇ ਜਿਹੜੇ ਉਹ ਪੁੱਛੇ ਗਏ ਨੇ। ਮਦਰਾਸ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਸੰਜੀਵ ਬੈਨਰਜੀ ਨੇ ਕਿਹਾ ਹੈ ਕਿ ਕੋਵਿਡ-19 ਦੀ ਦੂਸਰੀ ਲਹਿਰ ਦੇ ਲਈ ਸਿੱਧੇ ਤੌਰ ਤੇ ਚੋਣ ਕਮਿਸ਼ਨ ਯਾਨੀ ਕਿ ਤੁਹਾਡੀ ਸੰਸਥਾ, ਵਕੀਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡੀ ਸੰਸਥਾ ਚੋਣ ਕਮਿਸ਼ਨ ਹੀ ਜ਼ਿੰਮੇਦਾਰ ਹੈ। ਇੱਕ ਵੱਡੀ ਚੇਤਾਵਨੀ ਵੀ ਦੇ ਦਿੱਤੀ ਹੈ ਮਦਰਾਸ ਹਾਈ ਕੋਰਟ ਦੇ ਮੁੱਖ ਜੱਜ ਨੇ ਕਿ 2 ਮਈ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਰੱਦ ਕਰ ਦਿੱਤੀ ਜਾਊਗੀ। ਚੀਫ ਜਸਟਿਸ ਨੇ ਕਿਹਾ ਕਿ ਜੇ ਸਾਰੇ ਪ੍ਰੋਟੋਕੋਲਸ ਦੀ ਪਾਲਣਾ ਸਖਤੀ ਦੇ ਨਾਲ ਨਹੀਂ ਕੀਤੀ ਗਈ ਤਾਂ 2 ਮਈ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਅਸੀਂ ਰੱਦ ਕਰਨ ਦਾ ਹੁਕਮ ਦੇ ਦਿਆਂਗੇ। ਚੋਣ ਕਮਿਸ਼ਨ ਨੂੰ ਕਿਹਾ ਕਿ ਫਿਲਹਾਲ ਬਚਾਅ ਤੇ ਸੁਰੱਖਿਆ ਦੇ ਹਾਲਾਤ ਨੇ, ਬਾਕੀ ਸਭ ਕੁਝ ਬਾਅਦ ਦੇ ਵਿੱਚ ਆਉਂਦਾ, ਪਰ ਤੁਹਾਡੇ ਲਈ ਵੋਟਾਂ ਹੀ ਇੰਨੀਆਂ ਅਹਿਮ ਕਿਉਂ ਬਣੀਆਂ ਹੋਈਆਂ ਨੇ। ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ 30 ਅਪ੍ਰੈਲ ਨੂੰ ਯੋਜਨਾ ਪੇਸ਼ ਕਰਨ ਦੇ ਹੁਕਮ ਦਿੱਤੇ ਸੀ ਕਿ ਕਿਵੇਂ ਵੋਟਾਂ ਦੀ ਗਿਣਤੀ ਦੌਰਾਨ ਕੋਵਿਡ ਪ੍ਰੋਟੋਕੋਲ ਦਾ ਪਾਲਣ ਕੀਤਾ ਜਾਏਗਾ। ਸੁਣਵਾਈ ਦੌਰਾਨ ਚੀਫ ਜਸਟਿਸ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਤੇ ਉਹਨਾਂ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਤੇ ਹੁਣ ਅਗਲੀ ਸੁਣਵਾਈ 30 ਅਪ੍ਰੈਲ ਨੂੰ ਹੋਵੇਗੀ।
ਤੇ ਮਦਰਾਸ ਹਾਈ ਕੋਰਟ ਦੀ ਸਖਤ ਟਿੱਪਣੀ ਦਾ ਮਮਤਾ ਬੈਨਰਜੀ ਨੇ ਸਵਾਗਤ ਕੀਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੇ ਉੱਤੇ ਜਿਸ ਤਰ੍ਹਾਂ ਮਦਰਾਸ ਹਾਈ ਕੋਰਟ ਭੜਕੀ ਹੈ ਉਸ ਦਾ ਸਵਾਗਤ ਕੀਤਾ ਹੈ। ਬੈਨਰਜੀ ਨੇ ਕਿਹਾ ਕਿ ਮੈਂ ਮਦਰਾਸ ਹਾਈ ਕੋਰਟ ਦੇ ਹੁਕਮਾਂ ਦਾ ਸਵਾਗਤ ਕਰਦੀ ਹਾਂ। ਮਦਰਾਸ ਹਾਈ ਕੋਰਟ ਨੇ ਜਿਸ ਤਰੀਕੇ ਦੇ ਨਾਲ ਚੋਣ ਕਮਿਸ਼ਨ ਦੀ ਝਾੜ ਝੰਬ ਕੀਤੀ ਹੈ ਉਹ ਸਰਕਾਰ ਨੇ ਅੱਜ ਤੱਕ ਕਦੇ ਨਹੀਂ ਕੀਤੀ, ਬਲਕਿ ਸਰਕਾਰ ਤਾਂ ਖੁਦ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਕਰਾਉਂਦੀ ਫਿਰਦੀ ਸੀ, ਖੁਦ ਵੱਡੀਆਂ ਰੈਲੀਆਂ ਕਰਕੇ ਪ੍ਰਧਾਨ ਮੰਤਰੀ ਲੋਕਾਂ ਨੂੰ ਇਕੱਠਾ ਕਰਦੇ ਫਿਰਦੇ ਸੀ ਤੇ ਫਿਰ ਕਰੋਨਾ ਫੈਲੂਗਾ ਨਹੀਂ ਤਾਂ ਹੋਰ ਕੀ ਕਰੂਗਾ। ਗੱਲ ਪੰਜਾਬ ਦੀ ਕਰਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਰਿਵਿਊ ਬੈਠਕ ਕੀਤੀ ਹੈ। ਕੋਵਿਡ ਦੇ ਹਾਲਾਤਾਂ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਤੋਂ ਜਿਹੜੀ ਜਾਣਕਾਰੀ ਹੈ ਉਹ ਇਕੱਠੀ ਕੀਤੀ ਹੈ। ਇਸ ਦਰਮਿਆਨ ਇਹ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤੇ ਨੇ ਕਿ ਪੰਜਾਬ ਦੇ ਵਿੱਚ ਫਿਲਹਾਲ ਲੋਕਡਾਊਨ ਲਾਉਣ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ 30 ਅਪ੍ਰੈਲ ਤੱਕ ਪਾਬੰਦੀਆਂ ਨੇ ਜਿਹੜੀਆਂ ਉਹ ਲਾਈਆਂ ਗਈਆਂ ਨੇ, ਉਹਨਾਂ ਨੂੰ ਅੱਗੇ ਵੀ ਕੰਟੀਨਿਊ ਕੀਤਾ ਜਾਏਗਾ। ਇਸ ਦੇ ਸੰਕੇਤ ਵੀ ਕੈਪਟਨ ਨੇ ਦੇ ਦਿੱਤੇ ਨੇ ਕਿ ਪਾਬੰਦੀਆਂ ਨੇ ਜਿਹੜੀਆਂ ਉਹ ਸਖਤੀ ਦੇ ਨਾਲ ਲਾਗੂ ਰਹਿਣਗੀਆਂ, ਪਰ ਕਰਫਿਊ ਜਾਂ ਲੋਕਡਾਊਨ ਦਾ ਹਾਲੇ ਕੋਈ ਵੀ ਇਰਾਦਾ ਨਹੀਂ ਹੈ ਪੰਜਾਬ ਸਰਕਾਰ ਦਾ, ਪਰ ਸਿਹਤ ਵਿਭਾਗ ਨੂੰ ਚੌਕਸ ਰਹਿਣ ਦੇ ਹੁਕਮ ਜ਼ਰੂਰ ਦੇ ਦਿੱਤੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਯੁੱਧ ਵਰਗੇ ਕੋਵਿਡ ਹਾਲਾਤ ਬਣੇ ਹੋਏ ਨੇ। ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਵੈਸਟਰਨ ਕਮਾਂਡ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਫੌਜ ਦੀ ਮਦਦ ਮੰਗੀ। ਪੰਜਾਬ ਦੇ ਵਿੱਚ ਕਰੋਨਾ ਦੇ ਹਾਲਾਤਾਂ ਦਰਮਿਆਨ ਫੌਜ ਸਾਡੀ ਮਦਦ ਕਰੇ ਤਾਂ ਪੱਛਮੀ ਕਮਾਂਡ ਨੇ ਵੀ ਭਰੋਸਾ ਦਿੱਤਾ ਹੈ, ਯਾਨੀ ਕਿ ਹੁਣ ਪੰਜਾਬ ਦੇ ਵਿੱਚ ਕਰੋਨਾ ਦੇ ਨਾਲ ਨਿਪਟਣ ਦੇ ਲਈ ਫੌਜ ਵੀ ਮਦਦ ਕਰੇਗੀ। किस तरीके दे नाल मदद करेगी आने वाले दिनों दे विच शायद आपां नूं पता लग जाएगा। मुख मंत्री दी पहल ते भारतीय सेना दी पश्चिमी कमांड है जिहड़ी ओह खराब पए ऑक्सीजन बैड चलाउण दे विच मदद करेगी। ये जानकारी फिलहाल है जिहड़ी ओह मिली हैगी है। पंजाब दे विच बनने वाले 100 बैड CSIR हस्पताल दे लई तकनीकी अते सेहत सेवावां लई मदद दी भी पेशकश कीती गई है। मुख मंत्री ने सरकारी ते निजी हस्पतालां दे विच 2000 बैड वधाउण दी भी पेशकश कीती है। पंजाब दे विच पाबंदियां लगियां होईयां ने, पर इस दरमियान लोकां दे मन दे विच ये भी सवाल लगातार उठ रहे ने कि की पाबंदियां सिर्फ आम लोकां दे लई ने, कि कैप्टन साहब दे मंत्री जां फिर होर पार्टियां दे जिहड़े लीडर हैगे ने ओह इन्हां पाबंदियां तो बाहर हैगे ने। ये लोकां दे मन दे विच सवाल तां आउंदा है क्योंकि विधायक जां तां विआहां दे विच भंगड़े पाउंदे देखे जांदे ने जां फिर पार्टियां करदे देखे जा रहे ने। बठिंडा तो खबर है जिथे करोना हदायतां दी उलंघना करन वाले 40 लोकां दे खिलाफ केस दर्ज किया गया, जिन्हां दे विच पंजाब दे वित्त मंत्री मनप्रीत सिंह बादल दा पुत्तर भी मौजूद है। पिछले दिनी बठिंडा विच नवें बने मेयर दी ताजपोशी समय नाइट पार्टी की गई ते वड्डा इकट्ठ किया गया। नाइट पार्टी विच नवें कौंसलर खजाना मंत्री दे बेटे भी खुद शामिल सन। लंघी 23 अप्रैल ਨੂੰ ਬਠਿੰਡਾ ਵਿੱਚ ਨਗਰ ਨਿਗਮ ਦੇ ਮੇਅਰ ਦੀ ਤਾਜਪੋਸ਼ੀ ਦੇ ਮੌਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਖੁਦ ਭਾਰੀ ਇਕੱਠ ਕੀਤਾ ਗਿਆ ਸੀ। ਹਦਾਇਤਾਂ ਦੀਆਂ ਧੱਜੀਆਂ ਨੇ ਜਿਹੜੀਆਂ ਉਹ ਸ਼ਰੇਆਮ ਉਡਾਈਆਂ ਗਈਆਂ ਸੀ। ਗੋਨਿਆਣਾ ਰੋਡ ਤੇ ਬਣੇ ਪੈਲਸ ਦੇ ਵਿੱਚ ਇਹ ਪਾਰਟੀ ਕੀਤੀ ਗਈ ਸੀ। ਸੈਂਕੜੇ ਹੀ ਨਹੀਂ ਹਜ਼ਾਰਾਂ ਤੱਕ ਗਿਣਤੀ ਲੋਕ ਦੱਸ ਰਹੇ ਨੇ ਕਿ 1000 ਤੱਕ ਇਹਨਾਂ ਲੋਕਾਂ ਦੀ ਗਿਣਤੀ ਸੀ ਜਿਹੜੇ ਜਸ਼ਨ ਮਨਾ ਰਹੇ ਸੀ। इस पार्टी विच मनप्रीत बादल का बेटा अर्जुन बादल अते उन्हां दा साला जयजीत सिंह जौल भी खास तौर ते पहुंचिया होया सी। भारी इकट्ठ होया, अखबारां दे विच खबरां लगियां, फिर भी प्रशासन सुत्ता रहा ते जदों मीडिया का ज़्यादा दबाव बनिया फिर प्रशासन नूं मजबूरी दे विच कार्रवाई करनी पई। पुलिस ने हुण पैलेस दे मालक समेत 40 लोकां दे खिलाफ मुकदमा दर्ज कीता। SSP भुपिंदरजीत सिंह विरक ने कहा कि मुकदमा दर्ज कर लिया, जांच शुरू कर दी है। भारतीय सेहत मंत्रालय ने जानकारी दी है कि जिहड़े सूबिਆਂ ਦੇ ਵਿੱਚ 1 ਲੱਖ ਤੋਂ ਵੱਧ ਕੇਸ ਕ੍ਰਾਸ ਕਰ ਚੁੱਕੇ ਨੇ ਉਹ ਸੂਬੇ ਨੇ ਮਹਾਰਾਸ਼ਟਰ, ਯੂਪੀ, ਕਰਨਾਟਕਾ, ਕੇਰਲਾ, ਰਾਜਸਥਾਨ, ਛੱਤੀਸਗੜ੍ਹ, ਗੁਜਰਾਤ ਅਤੇ ਤਾਮਿਲਨਾਡੂ। ਪੰਜਾਬ ਦਾ ਬਚਾਅ ਹੈ, ਹਰਿਆਣੇ ਦਾ ਬਚਾਅ ਹੈ। ਇੱਥੇ ਹਾਲੇ 1 ਲੱਖ ਤੋਂ ਵੱਧ ਕੇਸ ਨਹੀਂ ਹਨ, ਪਰ ਇਹ ਜਿਹੜੇ ਸੂਬੇ ਹੈਗੇ ਨੇ 7 ਸੂਬਿਆਂ ਦੇ ਵਿੱਚ 1 ਲੱਖ ਤੋਂ ਵੱਧ ਕੇਸ ਕਰੋਨਾ ਦੇ ਦਰਜ ਕੀਤੇ ਜਾ ਚੁੱਕੇ ਨੇ। ਕਰਨਾਟਕਾ ਦੇ ਮੁੱਖ ਮੰਤਰੀ BS येदुयुरप्पा ने एक सख्त ऐलान किया है। 27 अप्रैल रात 9 बजे तो अगले 14 दिनों तक सख्त करफ्यू का ऐलान कर दिता गया। सवेरे 6 बजे तो 10 बजे तक ही दुकानां खुल सकणगियां। सवेरे 10 बजे ही दुकानां बंद हो जाणगियां, फिर मुड़ के पूरा दिन रात दुकानां नहीं खुलणगियां। हालांकि सूबे दे विच कंस्ट्रक्शन दे काम जां फिर उत्पादन कंपनियां ने जिहड़ियां ओह चलदियां रहणगियां। जनतक आवाजाही भी बंद करन दा ऐलान कर दिता गया। मुख मंत्री ने भी ऐलान किया है कि 18 साल तो वध उम्र के लोगों को सरकार मुफ्त वैक्सीन का टीका लाएगी। जम्मू कश्मीर तो खबर है जिथे श्रीनगर के सारे जिहड़े गार्डन हैगे ने ते पार्क हैगे ने वो बंद कर दिते गए ने।
ਕਿਹੜੇ-ਕਿਹੜੇ ਮੁਲਕਾਂ ਨੇ ਉਡਾਣਾਂ ਦੇ ਉੱਤੇ ਰੋਕ ਲਾਈ ਹੈ। ਹਾਲਾਂਕਿ ਰੋਜ਼ਾਨਾ ਅਸੀਂ ਇਹ ਜਾਣਕਾਰੀ ਦੱਸ ਦਿੰਨੇ ਆ, ਪਰ ਫਿਰ ਵੀ ਦਰਸ਼ਕ ਸਾਡੇ ਤੋਂ ਪੁੱਛਦੇ ਰਹਿੰਦੇ ਨੇ। ਹੁਣ ਤੱਕ ਜਿਹੜੇ ਵੀ ਮੁਲਕਾਂ ਨੇ ਭਾਰਤੀ ਉਡਾਣਾਂ ਤੇ ਰੋਕ ਲਾਈ ਹੈ ਉਹਨਾਂ ਦੇ ਵਿੱਚ ਸੰਯੁਕਤ ਅਰਬ ਅਮੀਰਾਤ, ਕੈਨੇਡਾ, ਯੂਕੇ, ਨਿਊਜ਼ੀਲੈਂਡ, ਅਮਰੀਕਾ, ਫਰਾਂਸ, ਆਸਟ੍ਰੇਲੀਆ, ਸਿੰਗਾਪੁਰ, ਹਾਂਗਕਾਂਗ ਤੇ ਓਮਾਨ ਨੇ ਉਡਾਣਾਂ ਦੇ ਉੱਤੇ ਪਾਬੰਦੀ ਲਾਈ ਹੈ। ਤੇ ਤਾਜ਼ਾ ਜਾਣਕਾਰੀ ਦੇ ਮੁਤਾਬਿਕ ਇਟਲੀ ਨੇ ਵੀ ਭਾਰਤੀ ਉਡਾਣਾਂ ਤੇ ਪਾਬੰਦੀ ਲਾ ਦਿੱਤੀ ਹੈ। ਨਾਲ ਹੀ ਇਟਲੀ ਵਾਸੀਆਂ ਦੇ ਵੀ ਭਾਰਤ ਯਾਤਰਾ ਕਰਨ ਤੇ ਪਾਬੰਦੀ ਲਾ ਦਿੱਤੀ ਹੈ। ਇਟਲੀ ਦੇ ਸਿਹਤ ਮੰਤਰੀ ਰੋਬਰਟੋ ਸਪਿਰੰਜਾ ਨੇ ਟਵੀਟ ਕੀਤਾ ਹੈ ਕਿ ਪਿਛਲੇ 14 ਦਿਨਾਂ ਤੋਂ ਭਾਰਤ ਵਿੱਚ ਗਏ ਸਾਰੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਹੁਣ ਇਟਲੀ ਦੇ ਵਿੱਚ ਅਸੀਂ ਦਾਖਲ ਨਹੀਂ ਕਰਾਂਗੇ। ਇਟਲੀ ਨੇ ਆਪਣੇ ਨਾਗਰਿਕਾਂ ਨੂੰ ਹਾਲਾਂਕਿ ਭਾਰਤ ਤੋਂ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਹੈ, ਪਰ ਉਹਨਾਂ ਦੇ ਕੋਲ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ ਕੋਰੋਨਾ ਵਾਇਰਸ ਦੇ ਟੈਸਟ ਦੀ। ਉਹਨਾਂ ਦੇ ਪਹੁੰਚਣ ਤੇ ਵੀ ਕੋਵਿਡ ਦੀ ਜਾਂਚ ਇਟਲੀ ਦੇ ਵਿੱਚ ਕੀਤੀ ਜਾਏਗੀ ਤੇ 14 ਦਿਨ ਉਹਨਾਂ ਨੂੰ ਵੱਖਰੇ ਰਹਿਣਾ ਪਵੇਗਾ। ਹਰਿਆਣਾ ਦੇ ਹਿਸਾਰ ਤੋਂ ਖਬਰ ਹੈ, ਜਿੱਥੇ ਸੋਨੀ ਬਰਨ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਕਾਰਨ 5 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਹਿਸਾਰ ਦੇ ਡੀਐਸਪੀ ਦੇ ਮੁਤਾਬਿਕ ਕੋਈ ਲਾਪਰਵਾਹੀ ਸਾਹਮਣੇ ਨਹੀਂ ਆਈ ਹੈ ਸ਼ੁਰੂਆਤੀ ਜਾਂਚ ਦੇ ਵਿੱਚ, ਜਦਕਿ ਪੀੜਤਾਂ ਦੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਕੀਤਾ ਤੇ ਕਿਹਾ ਕਿ ਆਕਸੀਜਨ ਦੀ ਕਮੀ ਕਾਰਨ ਉਹਨਾਂ ਦੇ ਪਰਿਵਾਰ ਵਾਲਿਆਂ ਦੀਆਂ ਮੌਤਾਂ ਹੋਈਆਂ ਨੇ। ਪਿਛਲੇ ਦਿਨੀ ਅੰਮ੍ਰਿਤਸਰ ਦੇ ਵੀ ਇੱਕ ਨਿੱਜੀ ਹਸਪਤਾਲ ਦੇ ਵਿੱਚੋਂ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਪਰ ਪੰਜਾਬ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ ਨੇ। ਪਰ ਕਿਉਂ ਉਹਨਾਂ ਮੌਤਾਂ ਦੇ ਅੰਕੜੇ ਨੇ ਜਿਹੜੇ ਉਹ ਅਧਿਕਾਰਿਕ ਤੌਰ ਤੇ ਨਸ਼ਰ ਨਹੀਂ ਕੀਤੇ ਜਾ ਰਹੇ? ਇਸ ਕਰਕੇ ਕਿ ਪੰਜਾਬ ਦੇ ਮੁੱਖ ਮੰਤਰੀ ਸ਼ਹਿਰ ਪਟਿਆਲਾ ਦਾ ਹਸਪਤਾਲ ਹੈ, ਸਰਕਾਰੀ ਰਜਿੰਦਰਾ ਹਸਪਤਾਲ ਹੈ। ਇਹ ਸੱਚ ਹੈ ਕਿ ਉੱਥੇ ਮੌਤਾਂ ਹੋ ਰਹੀਆਂ ਨੇ। ਅੱਜ ਰਾਤ ਨੂੰ ਜਿਹੜਾ ਮਰੀਜ਼ ਸਹੀ ਸਲਾਮਤ ਹੈ ਉਹਦੀ ਹਾਲਤ ਦੇ ਵਿੱਚ ਕਾਫੀ ਸੁਧਾਰ ਹੈ, ਅੱਧੀ ਰਾਤ ਨੂੰ ਉਸਦੀ ਮੌਤ ਹੋ ਜਾਂਦੀ ਹੈ। ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਪੁਖਤਾ ਖਬਰ ਹੈ ਕਿ ਉੱਥੇ 31 ਕਰੋਨਾ ਮਰੀਜ਼ਾਂ ਦੀ ਲੰਘੇ 24 ਘੰਟਿਆਂ ਦੇ ਵਿੱਚ ਮੌਤ ਹੋ ਗਈ ਹੈ। ਹਸਪਤਾਲ ਦੇ ਮੋਰਚਰੀ ਯਾਨੀ ਕਿ ਮੁਰਦਾ ਘਰ ਦੇ ਵਿੱਚ ਸਿਰਫ 16 ਲਾਸ਼ਾਂ ਰੱਖਣ ਦੀ ਜਗ੍ਹਾ ਹੈ, ਪਰ ਜਦੋਂ 31 ਬੰਦਿਆਂ ਦੀ 24 ਘੰਟਿਆਂ ਦੇ ਵਿੱਚ ਮੌਤ ਹੋ ਜਾਵੇ ਤਾਂ ਫਿਰ ਉਹ ਲਾਸ਼ਾਂ ਵੀ ਕਿੱਥੇ ਰੱਖੀਆਂ ਜਾਂਦੀਆਂ ਹੋਣਗੀਆਂ। ਇਹ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਅੰਦਰਲੇ ਹਾਲਾਤ ਨੇ। ਹਾਲਾਂਕਿ ਹਸਪਤਾਲ ਦੇ ਚਾਰੇ ਪਾਸੇ ਪੁਲਿਸ ਤੈਨਾਤ ਕੀਤੀ ਗਈ ਹੈ। ਹਸਪਤਾਲ ਦੇ ਅੰਦਰ ਸਿਰਫ ਕਰੋਨਾ ਮਰੀਜ਼ ਹੀ ਜਾ ਸਕਦੇ ਨੇ। ਮੀਡੀਆ ਨੂੰ ਜਾਣ ਦੀ ਜਾਣਕਾਰੀ ਨਹੀਂ ਹੈ, ਪਰ ਸਾਡੇ ਸੂਤਰਾਂ ਦੀ ਜਾਣਕਾਰੀ ਦੱਸਦੀ ਹੈ ਕਿ ਇਸ ਹਸਪਤਾਲ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ ਨੇ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ। ਕਦੇ 24 ਘੰਟਿਆਂ ਦੇ ਵਿੱਚ 48 ਮੌਤਾਂ ਹੋ ਜਾਂਦੀਆਂ ਨੇ, ਕਦੇ 24 ਘੰਟਿਆਂ ਦੇ ਵਿੱਚ 31 ਮੌਤਾਂ ਹੋ ਜਾਂਦੀਆਂ ਨੇ। ਆਖਿਰਕਾਰ ਚੱਲ ਕੀ ਰਿਹਾ ਇਸ ਹਸਪਤਾਲ ਦੇ ਵਿੱਚ, ਉਹ ਕਿਸੇ ਨੂੰ ਸਮਝ ਨਹੀਂ ਆ ਰਿਹਾ। ਕੀ ਪ੍ਰਬੰਧ ਇੰਨੇ ਜ਼ਿਆਦਾ ਮਾੜੇ ਨੇ? ਕੀ ਆਕਸੀਜਨ ਦੀ ਘਾਟ ਹੈ? ਕੁਝ ਵੀ ਪਤਾ ਨਹੀਂ ਲੱਗ ਰਿਹਾ, ਪਰ ਮਰੀਜ਼ਾਂ ਦੀਆਂ ਮੌਤਾਂ ਇੱਥੇ ਲਗਾਤਾਰ ਹੋ ਰਹੀਆਂ ਨੇ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਇਸ ਵੱਡੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ 1300 ਮੌਤਾਂ ਕਰੋਨਾ ਕਰਕੇ ਹੋ ਚੁੱਕੀਆਂ ਨੇ। ਇਸ ਵਕਤ ਹਸਪਤਾਲ ਦੇ ਵਿੱਚ 260 ਦੇ ਕਰੀਬ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਰਜਿੰਦਰਾ ਹਸਪਤਾਲ ਦੇ ਕੋਵਿਡ ਆਈਸੋਲੇਸ਼ਨ ਵਾਰਡ ਦੀ ਇੰਚਾਰਜ ਡਾਕਟਰ ਸੁਰਭੀ ਮਲਿਕ ਨੇ ਦੱਸਿਆ ਕਿ ਪਿਛਲੇ 2 ਦਿਨਾਂ ਦੇ ਵਿੱਚ ਕਰੋਨਾ ਦੇ 50 ਨਵੇਂ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ। ਇਸੇ ਦਰਮਿਆਨ ਪਟਿਆਲਾ ਤੋਂ ਹੀ ਖਬਰ ਹੈ, ਜਿੱਥੇ ਕਰੋਨਾ ਵਾਰੀਅਰਸ ਨੇ ਪ੍ਰਦਰਸ਼ਨ ਕੀਤਾ, ਸਿਹਤ ਕਾਮਿਆਂ ਨੇ ਪ੍ਰਦਰਸ਼ਨ ਕੀਤਾ ਹੈ। ਵਾਈਪੀਐਸ ਚੌਂਕ ਦੇ ਕੋਲ ਪੁਲਿਸ ਨੇ ਇਹਨਾਂ ਨੂੰ ਰੋਕ ਲਿਆ। ਇਹ ਸਾਰੇ ਸਿਹਤ ਮੁਲਾਜ਼ਮ ਮੁੱਖ ਮੰਤਰੀ ਹਾਊਸ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੂੰ ਰੋਕ ਲਿਆ। ਹਾਲਾਂਕਿ ਲਾਠੀ ਚਾਰਜ ਜਾਂ ਕੋਈ ਹੋਰ ਇਹੋ ਜੀ ਜਿਹੜੀ ਕਾਰਵਾਈ ਹੈ ਪੰਜਾਬ ਪੁਲਿਸ ਨੇ ਨਹੀਂ ਕੀਤੀ, ਜਿਹੜੀ ਕਿ ਪੰਜਾਬ ਪੁਲਿਸ ਬਿਨਾਂ ਸੋਚੇ ਸਮਝੇ ਹੀ ਕਰ ਦਿੰਦੀ ਹੁੰਦੀ ਹੈ। ਪਰ ਹੁਣ ਸ਼ਾਇਦ ਕਰੋਨਾ ਦੇ ਰੌਲੇ ਕਰਕੇ ਸਿਹਤ ਮੁਲਾਜ਼ਮਾਂ ਤੇ ਅਜਿਹੀ ਕੋਈ ਕਾਰਵਾਈ ਪੰਜਾਬ ਪੁਲਿਸ ਨੇ ਨਹੀਂ ਕੀਤੀ। ਪ੍ਰਸ਼ਾਸਨ ਨੇ ਉੱਚ ਅਧਿਕਾਰੀਆਂ ਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਬੈਠਕ ਕਰਾਉਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਇਹਨਾਂ ਸਿਹਤ ਮੁਲਾਜ਼ਮਾਂ ਨੇ ਆਪਣਾ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ। ਇਹਨਾਂ ਸਿਹਤ ਮੁਲਾਜ਼ਮਾਂ ਦੇ ਵਿੱਚ ਉਹ ਕਾਮੇ ਵੀ ਨੇ ਜਿਨ੍ਹਾਂ ਨੂੰ ਪਿਛਲੇ ਸਾਲ ਕਰੋਨਾ ਵਾਰੀਅਰਸ ਕਹਿ ਕੇ ਸਨਮਾਨ ਦਿੱਤਾ ਜਾਂਦਾ ਸੀ, ਪਰ ਇਹਨਾਂ ਦੀਆਂ ਕਈ ਮਹੀਨਿਆਂ ਦੀਆਂ ਤਨਖਾਹਾਂ ਹੀ ਨਹੀਂ ਦਿੱਤੀਆਂ। ਇਹਨਾਂ ਦੀ ਮੰਗ ਹੈ ਕਿ ਹੁਣ ਫਿਰ ਤੋਂ ਸਾਨੂੰ ਮਰੀਜ਼ਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ, ਸਾਡੀਆਂ ਪਿਛਲੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਤੇ ਹੁਣ ਵੀ ਜਿਵੇਂ ਤੁਸੀਂ ਸਾਨੂੰ ਪਹਿਲਾਂ ਹੋਰ ਆਪਣੀਆਂ ਨੌਕਰੀਆਂ ਤੋਂ ਕੱਢ ਕੇ ਤੁਸੀਂ ਸਾਨੂੰ ਇਹਨਾਂ ਕਰੋਨਾ ਦੇ ਇਲਾਜ ਦੇ ਵਿੱਚ ਤੈਨਾਤ ਕੀਤਾ, ਹੁਣ ਵੀ ਸਾਨੂੰ ਡਿਊਟੀ ਦਿੱਤੀ ਜਾਵੇ, ਕਿਉਂਕਿ ਅਸੀਂ ਬੇਰੁਜ਼ਗਾਰ ਬੈਠੇ ਹਾਂ। ਹੁਣ ਦੇਖਣਾ ਹੋਏਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਕੋਈ ਅਸਰ ਹੁੰਦਾ ਹੈ ਇਸ ਪ੍ਰੋਟੈਸਟ ਦਾ ਜਾਂ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਿੱਚ ਤੇਜ਼ੀ ਨਾਲ ਵਧ ਰਹੇ ਕਰੋਨਾ ਦੇ ਮਾਮਲੇ ਤੇ ਘਟ ਰਹੀ ਆਕਸੀਜਨ ਦੀ ਸਪਲਾਈ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਦੁਬਾਰਾ ਚਿੱਠੀ ਲਿਖੀ ਹੈ।
ਡਾਕਟਰ ਹਰਸ਼ਵਰਧਨ ਨੂੰ ਕੋਟੇ ਦੀ ਵੰਡ ਵਿੱਚ ਤੁਰੰਤ ਵਾਧਾ ਕਰਨ ਦੀ ਹੰਗਾਮੀ ਮਦਦ ਵਾਸਤੇ 2 ਦਿਨਾਂ ਦੇ ਅੰਦਰ ਦੂਜੀ ਵਾਰੀ ਚਿੱਠੀ ਕੈਪਟਨ ਨੇ ਭੇਜੀ ਹੈ। ਕੈਪਟਨ ਨੇ ਕੇਂਦਰੀ ਸਿਹਤ ਮੰਤਰੀ ਨੂੰ ਪੰਜਾਬ ਦਾ ਲਿਕੁਇਡ ਆਕਸੀਜਨ ਦਾ ਕੋਟਾ ਵਧਾ ਕੇ ਰੋਜ਼ਾਨਾ 250 MT ਕਰਨ ਦੀ ਅਪੀਲ ਕੀਤੀ ਹੈ ਤੇ ਤੁਰੰਤ ਨਿੱਜੀ ਦਖਲ ਦੇਣ ਦੀ ਵੀ ਮੰਗ ਕੀਤੀ ਹੈ। ਕੈਪਟਨ ਨੇ ਜਦੋਂ ਪਹਿਲੀ ਚਿੱਠੀ ਲਿਖੀ ਸੀ ਕੇਂਦਰ ਦੇ ਸਿਰ ਤੇ ਜੋ ਨਹੀਂ ਸਰਕੀ ਤਾਂ ਹੁਣ ਕੈਪਟਨ ਨੇ ਕੇਂਦਰੀ ਸਿਹਤ ਮੰਤਰੀ ਨੂੰ ਇੱਕ ਵਾਰ ਫਿਰ ਤੋਂ ਯਾਦ ਕਰਵਾਇਆ ਹੈ। ਕੈਪਟਨ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਲੰਘੇ ਦਿਨੀ ਅੰਮ੍ਰਿਤਸਰ ਦੇ ਵਿੱਚ 6 ਮਰੀਜ਼ਾਂ ਦੀ ਮੌਤ ਹੋ ਗਈ। ਪੰਜਾਬ ਦੇ ਵਿੱਚ LMO ਉਤਪਾਦਨ ਦੀ ਕੋਈ ਵੀ ਸਮਰੱਥਾ ਨਹੀਂ ਹੈ। ਜ਼ਿਆਦਾਤਰ ਸੂਬੇ ਤੋਂ ਬਾਹਰੋਂ ਸਪਲਾਈ ਤੇ ਨਿਰਭਰ ਹੈ। ਇਸ ਲਈ ਕੇਂਦਰੀ ਮੰਤਰੀ ਦੇ ਦਖਲ ਦੀ ਤੁਰੰਤ ਲੋੜ ਹੈ। ਪਰ ਕੇਂਦਰ ਸਰਕਾਰ ਪੰਜਾਬ ਵੱਲ ਕੋਈ ਬਹੁਤਾ ਧਿਆਨ ਦੇ ਨਹੀਂ ਰਹੀ। ਕੋਵਿਡ ਦਾ ਟੀਕਾ ਵੀ ਲੇਟ ਮਿਲ ਰਿਹਾ ਹੈ, ਜਿੰਨਾ ਮੰਗ ਰਹੇ ਨੇ ਉਸ ਤੋਂ ਘੱਟ ਮਿਲ ਰਿਹਾ ਹੈ। ਆਕਸੀਜਨ ਦੀ ਸਪਲਾਈ ਜਿੰਨੀ ਮੰਗ ਰਹੇ ਨੇ ਉਨੀ ਨਹੀਂ ਮਿਲ ਰਹੀ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਲੋੜਵੰਦ ਲੋਕਾਂ ਦਾ ਮੁਫਤ ਟੀਕਾਕਰਨ ਕਰਵਾਉਣ ਦਾ ਐਲਾਨ ਕੀਤਾ ਹੈ। ਇਹਨਾਂ ਲੋੜਵੰਦ ਲੋਕਾਂ ਦੇ ਵਿੱਚ ਸਿਰਫ ਜਿਹੜੇ ਆਰਥਿਕ ਪੱਖੋਂ ਪਿਛੜੇ ਹੋਏ ਪੰਜਾਬੀ ਹੈਗੇ ਨੇ ਉਹਨਾਂ ਦੀ ਹੀ ਮਦਦ ਕੀਤੀ ਜਾਏਗੀ। ਟੀਕਾਕਰਨ ਤੇ ਖਰਚ ਹੋਣ ਵਾਲੀ ਰਕਮ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਵਰਤੀ ਜਾਏਗੀ। ਪੰਜਾਬ ਸਰਕਾਰ ਨੇ ਪਹਿਲਾਂ ਕੇਂਦਰ ਸਰਕਾਰ ਤੋਂ ਇਸ ਵਾਸਤੇ ਫੰਡਾਂ ਦੀ ਮੰਗ ਕੀਤੀ ਸੀ, ਪਰ ਕੇਂਦਰ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ, ਜਿਸ ਤੋਂ ਬਾਅਦ ਕੈਪਟਨ ਸਰਕਾਰ ਨੇ ਹੁਣ ਫੈਸਲਾ ਲਿਆ ਕਿ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਮਦਦ ਕੀਤੀ ਜਾਏਗੀ ਤੇ ਕਰਨੀ ਵੀ ਬਣਦੀ ਹੈ। ਦਰਅਸਲ ਰਾਹਤ ਫੰਡ ਜਿਹੜੇ ਹੁੰਦੇ ਨੇ ਉਹਨਾਂ ਦੀ ਵਰਤੋਂ ਜੇ ਤੁਸੀਂ ਅਜਿਹੇ ਹਾਲਾਤਾਂ ਦੇ ਵਿੱਚ ਨਹੀਂ ਕਰੋਗੇ ਤੇ ਫਿਰ ਉਹਨਾਂ ਰਾਹਤ ਫੰਡਾਂ ਤੋਂ ਕਰਾਉਣਾ ਕੀ ਹੈ। ਹਾਲਾਂਕਿ ਪੰਜਾਬ ਨੇ 1 ਮਈ ਤੋਂ ਟੀਕਾਕਰਨ ਸ਼ੁਰੂ ਕਰਨ ਦੇ ਵਿੱਚ ਅਸਮਰੱਥਾ ਜ਼ਾਹਿਰ ਕੀਤੀ ਹੈ, ਕਿਉਂਕਿ ਟੀਕਿਆਂ ਵਾਲੀ ਇੱਕ ਕੰਪਨੀ ਨੇ ਪੰਜਾਬ ਨੂੰ 15 ਮਈ ਤੋਂ ਪਹਿਲਾਂ ਟੀਕੇ ਦੀ ਸਪਲਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜਧਾਨੀ ਦਿੱਲੀ ਦੇ ਵਿੱਚ ਬੇਬਸੀ ਦਾ ਆਲਮ ਹੈ। ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ। ਆਕਸੀਜਨ ਲੈਣ ਦੇ ਲਈ ਲੋਕਾਂ ਨੂੰ ਲੰਬੀਆਂ ਲਾਈਨਾਂ ਦੇ ਵਿੱਚ ਖੜਨਾ ਪੈ ਰਿਹਾ ਹੈ। ਰਾਤ ਭਰ ਲੋਕ ਆਕਸੀਜਨ ਦੇ ਜਿਹੜੇ ਸਿਲੰਡਰ ਨੇ ਉਹਨਾਂ ਨੂੰ ਰੀਫਿਲ ਕਰਵਾਉਣ ਦੇ ਲਈ ਖੜੇ ਰਹਿੰਦੇ ਨੇ। ਉੱਥੇ ਲੜਾਈਆਂ ਵੀ ਹੁੰਦੀਆਂ ਦੇਖੀਆਂ ਜਾ ਰਹੀਆਂ ਨੇ, ਪਰ ਫਿਰ ਵੀ ਕਈ ਲੋਕਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪੈ ਰਿਹਾ ਹੈ। ਹਸਪਤਾਲਾਂ ਦੇ ਵਿੱਚ ਬੈੱਡਾਂ ਦੀ ਕਮੀ ਹੈ। ਮਰੀਜ਼ ਘਰਾਂ ਦੇ ਵਿੱਚ ਤੜਫ ਰਹੇ ਨੇ ਤੇ ਉਹਨਾਂ ਨੂੰ ਸਾਹ ਨਹੀਂ ਆ ਰਿਹਾ। ਅਜਿਹੇ ਹਾਲਾਤ ਨੇ ਜਿਹੜੇ ਉਹ ਦਿੱਲੀ ਦੇ ਬਣੇ ਹੋਏ ਨੇ। ਇਸੇ ਦਰਮਿਆਨ ਦਿੱਲੀ ਦੇ ਫੋਰਟਿਸ ਹਸਪਤਾਲ ਜਿਹੜਾ ਕਿ ਫੋਰਟਿਸ ਐਸਕੋਟਸ ਹਾਰਟ ਇੰਸਟੀਚਿਊਟ ਹੈ, ਉਸਨੇ ਐਤਵਾਰ ਨੂੰ ਕਹਿ ਦਿੱਤਾ ਸੀ ਕਿ ਆਕਸੀਜਨ ਦੀ ਘਾਟ ਕਾਰਨ ਅਸੀਂ ਹੋਰ ਮਰੀਜ਼ਾਂ ਨੂੰ ਦਾਖਲ ਨਹੀਂ ਕਰਾਂਗੇ। ਰਾਜਧਾਨੀ ਦਿੱਲੀ ਇਸ ਵਕਤ ਬਹੁਤ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਇੱਕ ਬਣੀ ਹੋਈ ਹੈ। ਹਸਪਤਾਲਾਂ ਦੀ ਹਾਲਤ ਵੀ ਤਰਸਯੋਗ ਹੈ। ਨਾਗਰਿਕ ਇੱਥੇ ਨਿਰਾਸ਼ ਹੋ ਚੁੱਕੇ ਨੇ। ਸਹਿਮ ਦਾ ਮਾਹੌਲ ਹੈ। ਬਹੁਤੇ ਹਸਪਤਾਲ ਮਰੀਜ਼ਾਂ ਦੇ ਨਾਲ ਭਰੇ ਹੋਏ ਨੇ। ਜਿਹੜੇ ਅੰਤਿਮ ਸੰਸਕਾਰ ਸਥਾਨ ਹੁੰਦੇ ਨੇ ਜਾਂ ਕਹਿ ਲਈਏ ਸ਼ਮਸ਼ਾਨ ਘਾਟ ਹੈਗੇ ਨੇ, ਉਹਨਾਂ ਦੇ ਵਿੱਚ ਕੀ ਹਾਲਾਤ ਨੇ ਉਹ ਤੁਸੀਂ ਤਸਵੀਰਾਂ ਰਾਹੀਂ ਦੇਖਦੇ ਹੀ ਰਹਿੰਦੇ ਹੋ। ਬਹੁਤ ਹੀ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਆਕਸੀਜਨ ਨਾਲ ਲੈਸ ਐਂਬੂਲੈਂਸਾਂ ਦੀ ਘਾਟ ਜਿਹੜੀ ਉਹ ਬਣੀ ਹੋਈ ਹੈ, ਸਪਲਾਈ ਨਹੀਂ ਹੋ ਰਹੀ। ਜੇਕਰ ਪਰਿਵਾਰਾਂ ਨੂੰ ਹਸਪਤਾਲ ਦੇ ਵਿੱਚ ਬੈੱਡ ਮਿਲ ਵੀ ਜਾਵੇ ਤਾਂ ਉਹਨਾਂ ਦੇ ਲਈ ਮਰੀਜ਼ਾਂ ਨੂੰ ਹਸਪਤਾਲ ਲਿਜਾਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਤੇ ਇਹਨਾਂ ਸਾਰੇ ਹਾਲਾਤਾਂ ਦੇ ਦਰਮਿਆਨ ਲੋਕਾਂ ਦੇ ਵਿੱਚ ਪੈਨਿਕ ਹਫੜਾ ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਜਦੋਂ ਇਨਸਾਨ ਹੈ ਜਿਹੜਾ ਘਬਰਾਹਟ ਦੇ ਵਿੱਚ ਆ ਜਾਂਦਾ ਤਾਂ ਕਈ ਵਾਰੀ ਬਿਮਾਰੀ ਹੋਵੇ ਸਰੀਰ ਦੇ ਵਿੱਚ, ਉੱਤੋਂ ਘਬਰਾਹਟ ਹੋ ਜਾਵੇ, ਉੱਤੋਂ ਡਰ ਹੋਵੇ, ਦਹਿਸ਼ਤ ਹੋਵੇ ਬਿਮਾਰੀ ਦੀ, ਤੇ ਫਿਰ ਉੱਦਾਂ ਹੀ ਇਨਸਾਨ ਆਪਣੀ ਜਾਨ ਛੱਡ ਜਾਂਦਾ ਹੈ, ਹੌਸਲਾ ਛੱਡ ਜਾਂਦਾ ਹੈ। ਤੇ ਅਸੀਂ ਤੁਹਾਨੂੰ ਸਭ ਨੂੰ ਅਪੀਲ ਕਰਦੇ ਹਾਂ ਕਿ ਬਿਮਾਰੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇੰਨੇ ਲੋਕ ਮਰ ਰਹੇ ਨੇ, ਪਰ ਬਿਮਾਰੀ ਤੋਂ ਦਹਿਸ਼ਤ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ। ਜਿਸ ਤਰੀਕੇ ਦੇ ਨਾਲ ਮਾਹੌਲ ਬਣ ਰਿਹਾ ਹੈ, ਆਕਸੀਜਨ ਘਟ ਗਈ ਹੈ। ਡਾਕਟਰ ਇਹ ਕਹਿੰਦੇ ਨੇ ਕਿ ਆਕਸੀਜਨ ਇੱਕ ਆਮ ਇਨਸਾਨ ਦੀ ਵੀ ਘਟ ਜਾਂਦੀ ਹੈ। ਕਈ ਵਾਰੀ ਸਾਡੀ ਆਕਸੀਜਨ ਘਟਦੀ ਹੁੰਦੀ ਹੈ ਪਰ ਸਾਨੂੰ ਉਸ ਚੀਜ਼ ਦਾ ਪਤਾ ਨਹੀਂ ਹੁੰਦਾ ਤੇ ਫਿਰ ਉਹ ਆਪਣੇ ਆਪ ਲੈਵਲ ਜਿਹੜਾ ਠੀਕ ਵੀ ਹੋ ਜਾਂਦਾ ਹੈ। ਇਸ ਕਰਕੇ ਜੇ ਕਿਸੇ ਦੀ ਆਕਸੀਜਨ ਘਟੀ ਹੋਈ ਹੈ ਤਾਂ ਵਾਰੀ-ਵਾਰੀ ਤੁਹਾਨੂੰ ਆਪਣੀ ਉਂਗਲ ਤੇ ਲੱਗਿਆ ਉਪਕਰਨ ਚੈੱਕ ਕਰਨ ਦੀ ਲੋੜ ਨਹੀਂ ਹੈ। ਘਬਰਾਹਟ ਚ ਆਉਣ ਦੀ ਲੋੜ ਨਹੀਂ ਹੈ। ਆਕਸੀਜਨ ਦਾ ਲੈਵਲ ਕਈ ਵਾਰੀ ਘਟਦਾ ਵੱਧਦਾ ਰਹਿੰਦਾ ਹੈ, ਪਰ ਜੇ ਤੁਸੀਂ ਬਾਰ-ਬਾਰ ਉਸ ਆਕਸੀਮੀਟਰ ਨੂੰ ਚੈੱਕ ਕਰਦੇ ਰਹੋਗੇ ਤਾਂ ਤੁਸੀਂ ਮਾਨਸਿਕ ਤੌਰ ਤੇ ਬਿਮਾਰ ਵੀ ਹੋ ਸਕਦੇ ਹੋ। ਇਸ ਕਰਕੇ ਸਾਰੇ ਆਪਣਾ ਧਿਆਨ ਰੱਖੋ। ਇਸੇ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਟੀਕਾਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕਰਾਂਗੇ। 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਮੁਫਤ ਦਿੱਤੀ ਜਾਏਗੀ ਦਿੱਲੀ ਦੇ ਵਿੱਚ, ਤੇ ਦਿੱਲੀ ਸਰਕਾਰ ਇਸ ਦੇ ਲਈ 1 ਕਰੋੜ 34 ਲੱਖ ਵੈਕਸੀਨ ਖਰੀਦੇਗੀ। ਸੋ ਹੁਣ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਬਚਾਉਣ ਦਾ ਜਿਹੜਾ ਨਵਾਂ ਰਾਹ ਲੱਭਿਆ ਹੈ ਉਸ ਦੇ ਨਾਲ ਅਸਰ ਜ਼ਾਹਿਰ ਤੌਰ ਤੇ ਹੋਵੇ, ਅਸੀਂ ਇਸ ਦੀ ਆਸ ਕਰਦੇ ਹਾਂ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਰੋਨਾ ਵੈਕਸੀਨ ਦੀ ਦਵਾਈ ਦਾ ਭਾਅ ਇਕਸਾਰ ਕਰਨਾ ਚਾਹੀਦਾ ਹੈ ਤਾਂ ਜੋ ਸਾਰਿਆਂ ਦੀ ਪਹੁੰਚ ਵਿੱਚ ਆ ਸਕੇ, ਤੇ ਕੰਪਨੀਆਂ ਨੂੰ ਵੀ ਇਸ ਵਕਤ ਪ੍ਰੋਫਿਟ ਲਾਸ ਦੇਖਣ ਬਾਰੇ ਨਹੀਂ ਸੋਚਣਾ ਚਾਹੀਦਾ। ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।
ਕੇਜਰੀਵਾਲ ਨੂੰ ਅਜਿਹਾ ਇਸ ਕਰਕੇ ਕਹਿਣਾ ਪਿਆ ਹੈ ਕਿਉਂਕਿ ਜਿਹੜੀਆਂ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੇ ਟੀਕੇ ਦੀ ਕੀਮਤ 600 ਤੇ 400 ਰੱਖੀ ਹੋਈ ਹੈ, ਜਦਕਿ ਕੇਂਦਰ ਸਰਕਾਰ ਨੂੰ ਮਜਬੂਰੀ ਦੇ ਵਿੱਚ ਦਬਾਅ ਦੇ ਵਿੱਚ 150 ਕਰਨੀ ਪੈ ਗਈ ਸੀ ਤੇ ਕੇਜਰੀਵਾਲ ਚਾਹੁੰਦੇ ਨੇ ਕਿ 150 ਹੀ ਕੀਮਤ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਸਾਰੇ ਲੋਕਾਂ ਦੇ ਲਈ ਵੱਖੋ ਵੱਖਰਾ ਰੇਟ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ 400 ਤੇ 600 ਕੋਈ ਘੱਟ ਪੈਸੇ ਨਹੀਂ ਹੈਗੇ, ਘੱਟ ਕੀਮਤ ਨਹੀਂ ਹੈ, 150 ਵੀ ਬਹੁਤ ਹੈਗੀ ਹੈ। ਇਸੇ ਦਰਮਿਆਨ ਹਿਮਾਚਲ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੀ ਬੇਨਤੀ ਨੂੰ ਵੀ ਸਵੀਕਾਰ ਕਰ ਲਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਪੀਲ ਤੇ ਹਿਮਾਚਲ ਸਰਕਾਰ ਨੇ ਆਕਸੀਜਨ ਸਪਲਾਈ ਕਰਨ ਦਾ ਐਲਾਨ ਕਰ ਦਿੱਤਾ ਹੈ। ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਦੇ ਹਾਲਾਤ ਦੇਖਦਿਆਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਹੁਣ ਅਸੀਂ ਦਿੱਲੀ ਨੂੰ ਆਕਸੀਜਨ ਦੀ ਸਪਲਾਈ ਦੇਵਾਂਗੇ। ਕੇਜਰੀਵਾਲ ਨੇ ਕਈ ਸੂਬਿਆਂ ਨੂੰ ਆਕਸੀਜਨ ਦੇਣ ਦੀ ਬੇਨਤੀ ਕੀਤੀ ਹੋਈ ਹੈ। ਹੁਣ ਦੇਖਦੇ ਹਾਂ ਹਿਮਾਚਲ ਤੋਂ ਬਾਅਦ ਹੋਰ ਕਿਹੜੇ ਸੂਬੇ ਦਿੱਲੀ ਦੀ ਮਦਦ ਲਈ ਮੂਹਰੇ ਆਉਂਦੇ ਨੇ। ਇਸੇ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਕਰੋਨਾ ਦੀ ਇਸ ਮਹਾਮਾਰੀ ਦੇ ਦਰਮਿਆਨ ਜਦੋਂ ਲੋਕ ਵੱਡੀ ਗਿਣਤੀ ਦੇ ਵਿੱਚ ਜਾਨਾਂ ਗਵਾ ਰਹੇ ਨੇ ਤਾਂ ਤੁਹਾਨੂੰ ਅੱਗੇ ਆਉਣਾ ਚਾਹੀਦਾ ਹੈ। ਦੇਸ਼ ਦੇ ਮਰੀਜ਼ਾਂ ਨੂੰ ਕਰੋਨਾ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹਦੇ ਵਿੱਚ ਤੁਹਾਨੂੰ ਮਦਦ ਕਰਨੀ ਚਾਹੀਦੀ ਹੈ। ਪਰ ਸਾਡੇ ਦੇਸ਼ ਦੇ ਜਿਹੜੇ ਵੱਡੇ ਉਦਯੋਗਪਤੀ ਨੇ, ਅੰਬਾਨੀ ਨੇ ਪਿਛਲੇ ਦਿਨੀ ਕਿਸੇ ਹੋਰ ਮੁਲਕ ਦੇ ਵਿੱਚ 6 ਅਰਬ ਦਾ ਹੋਟਲ ਖਰੀਦਿਆ, ਪਰ ਅਜਿਹਾ ਕੋਈ ਐਲਾਨ ਜਿਹੜਾ ਸਾਹਮਣੇ ਨਹੀਂ ਆਇਆ ਇਸ ਵੱਡੇ ਉਦਯੋਗਪਤੀ ਦੇ ਵੱਲੋਂ ਕਿ ਦੇਸ਼ ਵਾਸੀ ਜਿਹੜੇ ਜਾਨਾਂ ਗਵਾ ਰਹੇ ਨੇ ਉਹਨਾਂ ਦੇ ਲਈ ਆਕਸੀਜਨ ਦਾ ਹੀ ਲੰਗਰ ਲਾ ਦਿੱਤਾ ਜਾਵੇ ਜਾਂ ਉਹਨਾਂ ਦੇ ਲਈ ਟੀਕੇ ਫ੍ਰੀ ਕਰ ਦਿੱਤੇ ਜਾਣ। ਅਜਿਹਾ ਕੋਈ ਵੀ ਐਲਾਨ ਇਹਨਾਂ ਵੱਡੇ ਉਦਯੋਗਪਤੀਆਂ ਦੇ ਵੱਲੋਂ ਨਹੀਂ ਸੁਣਨ ਦੇ ਵਿੱਚ ਆਇਆ। ਇੱਕ ਟਵੀਟ ਤੱਕ ਇਹਨਾਂ ਦਾ ਦੇਖਣ ਨੂੰ ਨਹੀਂ ਮਿਲਦਾ ਹੈ। ਸੋ ਸਾਡੇ ਮੁਲਕ ਦੇ ਜਿਹੜੇ ਵੱਡੇ ਉਦਯੋਗਪਤੀ ਨੇ ਉਹ ਤਾਂ ਭਾਵੇਂ ਸੁੱਤੇ ਪਏ ਨੇ, ਕਰੋਨਾ ਮਰੀਜ਼ਾਂ ਦੀ ਕੋਈ ਮਦਦ ਕਰਨ ਦੇ ਲਈ ਅੱਗੇ ਨਹੀਂ ਆ ਰਹੇ, ਪਰ ਆਸਟ੍ਰੇਲੀਆ ਦੇ ਇੱਕ ਕ੍ਰਿਕਟਰ ਨੇ ਭਾਰਤ ਲਈ ਵੱਡਾ ਜਿਗਰਾ ਦਿਖਾਇਆ ਹੈ। ਆਸਟ੍ਰੇਲੀਆ ਦੇ ਕ੍ਰਿਕਟਰ ਪੈਟ ਕਮਿੰਸ ਨੇ ਭਾਰਤ ਵਿੱਚ ਕਰੋਨਾ ਮਹਾਮਾਰੀ ਦੇ ਵਿੱਚ ਮਦਦ ਕਰਨ ਦੇ ਲਈ PM ਕੇਅਰ ਫੰਡ ਦੇ ਵਿੱਚ $50,000 ਦੇਣ ਦਾ ਐਲਾਨ ਕੀਤਾ ਹੈ। ਪੈਟ ਕਮਿੰਸ ਇਸ ਵਕਤ ਕੋਲਕਾਤਾ ਨਾਈਟ ਰਾਈਡਰਸ ਦੇ ਵੱਲੋਂ ਭਾਰਤ ਵਿੱਚ ਹੀ IPL ਖੇਡ ਰਹੇ ਨੇ। ਪੈਟ ਨੇ ਟਵੀਟ ਲਿਖਿਆ ਹੈ ਕਿ ਮੈਂ ਖਾਸ ਕਰ ਆਕਸੀਜਨ ਗੈਸ ਦੇ ਸਿਲੰਡਰ ਖਰੀਦਣ ਦੇ ਲਈ ਇਹ ਪੈਸਾ ਦਾਨ ਕਰ ਰਿਹਾ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪ੍ਰਭਾਵਿਤ ਹੁੰਦਾ ਦੇਖ ਕੇ ਮਨ ਦੁਖੀ ਹੁੰਦਾ ਹੈ। ਕਮਿੰਸ ਨੇ ਆਪਣੇ ਹੋਰ ਸਾਥੀ ਖਿਡਾਰੀਆਂ ਨੂੰ ਵੀ ਦਾਨ ਕਰਨ ਦੀ ਅਪੀਲ ਕੀਤੀ ਹੈ ਤੇ ਕਮਿੰਸ ਦੇ ਇਸ ਐਲਾਨ ਦਾ ਲੋਕਾਂ ਨੇ ਸਵਾਗਤ ਕੀਤਾ, ਪਰ ਲੋਕ ਟਵਿੱਟਰ ਦੇ ਉੱਤੇ ਆਪਣੇ ਵਾਲੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਵੀ ਪੁੱਛ ਰਹੇ ਨੇ ਕਿ ਤੁਸੀਂ ਕਿੱਥੇ ਹੋ, ਤੁਸੀਂ ਇਸ ਦਰਮਿਆਨ ਮਦਦ ਕਰਨ ਦੇ ਲਈ ਅੱਗੇ ਕਿਉਂ ਨਹੀਂ ਆ ਰਹੇ। ਤੇ ਹੁਣ ਅਮਰੀਕਾ ਵੀ ਕਰੋਨਾ ਵੈਕਸੀਨ ਦੇ ਲਈ ਕੱਚਾ ਮਾਲ ਭੇਜਣ ਦੇ ਲਈ ਰਾਜ਼ੀ ਹੋ ਗਿਆ ਹੈ। ਪਿਛਲੇ ਦਿਨੀ ਅਮਰੀਕਾ ਨੇ ਭਾਰਤ ਨੂੰ ਜਵਾਬ ਦੇ ਦਿੱਤਾ ਸੀ ਕਿ ਪਹਿਲਾਂ ਸਾਡੇ ਆਪਣੇ ਨਾਗਰਿਕਾਂ ਦੀ ਜਿਹੜੀ ਪਹਿਲ ਹੈ ਉਹ ਹੋਵੇਗੀ, ਪਰ ਹੁਣ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਨੇ ਕਿਹਾ ਕਿ ਅਸੀਂ ਭਾਰਤ ਨੂੰ ਹਰ ਸੰਭਵ ਮਦਦ ਦੇਵਾਂਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਵੀਟ ਰਾਹੀਂ ਭਰੋਸਾ ਦਿਵਾਇਆ ਕਿ ਭਾਰਤ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕੋਵਿਡ ਦੀ ਦੂਜੀ ਲਹਿਰ ਦੇ ਵਿਚਕਾਰ ਭਾਰਤ ਅਤੇ ਭਾਰਤੀ ਨਾਗਰਿਕਾਂ ਦੀ ਮਦਦ ਕੀਤੀ ਜਾਏਗੀ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਦੇ ਲਈ ਮਦਦਗਾਰ ਸਿਹਤ ਸਹੂਲਤਾਂ ਦੀ ਸਪਲਾਈ ਵੀ ਜਾਰੀ ਰੱਖੀ ਜਾਏਗੀ। ਬਾਈਡਨ ਨੇ ਟਵੀਟ ਕਰਕੇ ਕਿਹਾ ਕਿ ਜਿਵੇਂ ਭਾਰਤ ਨੇ ਲੋੜ ਪੈਣ ਵੇਲੇ ਅਮਰੀਕਾ ਦੀ ਮਦਦ ਕੀਤੀ ਸੀ, ਉਸੇ ਤਰ੍ਹਾਂ ਔਖੀ ਘੜੀ ਦੇ ਵਿੱਚ ਅਸੀਂ ਭਾਰਤ ਦੇ ਨਾਲ ਹਾਂ। ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅਰਦਾਸ ਵੀ ਕੀਤੀ ਹੈ, ਟਵੀਟ ਕਰਕੇ ਕਿਹਾ ਕਿ ਮਦਦ ਕਰਨ ਦੇ ਨਾਲ ਨਾਲ ਅਸੀਂ ਭਾਰਤ ਦੇ ਨਾਗਰਿਕਾਂ ਅਤੇ ਦਲੇਰ ਸਿਹਤ ਕਰਮੀਆਂ ਲਈ ਅਰਦਾਸ ਵੀ ਕਰਦੇ ਹਾਂ। ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਇਸ ਮੁੱਦੇ ਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਨਗਲਾ ਅਤੇ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਨਾਲ ਅਸੀਂ ਸੰਪਰਕ ਬਣਾਇਆ ਹੋਇਆ ਹੈ। ਤੇ ਅਮਰੀਕਾ ਦੇ ਇਸ ਐਲਾਨ ਤੋਂ ਬਾਅਦ 26 ਅਪ੍ਰੈਲ ਨੂੰ ਅਮਰੀਕਾ ਦੇ ਵੱਲੋਂ ਦਿੱਲੀ ਹਵਾਈ ਅੱਡੇ ਤੇ 318 ਆਕਸੀਜਨ ਦੇ ਕਨਸੈਂਟਰੇਟਰ ਵੀ ਭੇਜ ਦਿੱਤੇ ਗਏ ਨੇ। ਭਾਰਤ ਨੂੰ ਕਰੋਨਾ ਖਿਲਾਫ ਮਦਦ ਦੇਣ ਦੇ ਲਈ ਹੁਣ ਬਰਤਾਨੀਆ ਵੀ ਅੱਗੇ ਆਇਆ ਹੈ। ਵੈਂਟੀਲੇਟਰ ਸਣੇ 600 ਉਪਕਰਨ ਦੇਣ ਦਾ ਐਲਾਨ ਕੀਤਾ ਹੈ ਤੇ ਇਹ ਸਾਰੇ ਉਪਕਰਨ ਨੇ ਜਿਹੜੇ ਉਹ ਭੇਜ ਵੀ ਦਿੱਤੇ ਨੇ। UK ਦੇ ਵੱਲੋਂ ਜਿਹੜੀ ਮਦਦ ਭੇਜੀ ਜਾ ਰਹੀ ਹੈ ਉਸ ਦਾ ਪਹਿਲਾ ਪੈਕੇਜ 27 ਅਪ੍ਰੈਲ ਯਾਨੀ ਕਿ ਮੰਗਲਵਾਰ ਦੀ ਸਵੇਰ ਨੂੰ ਦਿੱਲੀ ਪਹੁੰਚੇਗਾ। UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਅਸੀਂ ਭਾਰਤ ਨਾਲ ਦੋਸਤ ਅਤੇ ਭਾਈਵਾਲ ਦੇ ਤੌਰ ਤੇ ਕੋਵਿਡ-19 ਖਿਲਾਫ ਜੰਗ ਦੇ ਵਿੱਚ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ। ਇਸੇ ਦਰਮਿਆਨ ਗੂਗਲ ਦੇ CEO ਸੁੰਦਰ ਪਿਚਾਈ ਅਤੇ ਮਾਈਕਰੋਸਾਫਟ ਦੇ CEO ਸਤਿਆ ਨਡੇਲਾ ਨੇ ਤੇਜ਼ੀ ਨਾਲ ਵਧ ਰਹੇ ਕਰੋਨਾ ਕੇਸਾਂ ਦੇ ਦਰਮਿਆਨ ਭਾਰਤ ਦੀ ਮਦਦ ਦਾ ਭਰੋਸਾ ਦਿੱਤਾ ਹੈ। ਗੂਗਲ ਦੇ CEO ਪਿਚਾਈ ਨੇ ਟਵੀਟ ਕੀਤਾ ਹੈ ਕਿ ਭਾਰਤ ਵਿੱਚ ਵਧ ਰਹੇ ਕੋਵਿਡ ਸੰਕਟ ਨੂੰ ਦੇਖ ਕੇ ਦੁਖੀ ਹਾਂ। ਮੈਡੀਕਲ ਸਾਜ਼ੋ ਸਮਾਨ ਦੀ ਸਪਲਾਈ, ਗੰਭੀਰ ਮਰੀਜ਼ਾਂ ਦੀ ਮਦਦ ਕਰ ਰਹੇ ਹਾਂ। ਸੰਸਥਾਵਾਂ ਦੀ ਮਦਦ ਅਤੇ ਅਹਿਮ ਸੂਚਨਾ ਦੇ ਪ੍ਰਸਾਰ ਦੇ ਵਿੱਚ ਮਦਦ ਦੇ ਲਈ ਗੂਗਲ, ਗਿਵ ਇੰਡੀਆ ਤੇ ਯੂਨੀਸੈਫ ਨੂੰ 135 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਯਾਨੀ ਕਿ ਗੂਗਲ ਨੇ ਭਾਰਤ ਨੂੰ 135
35 ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਮਾਈਕਰੋਸਾਫਟ ਦੇ CEO ਨਡੇਲਾ ਨੇ ਕਿਹਾ ਕਿ ਸਾਡੀ ਕੰਪਨੀ ਰਾਹਤ ਕਾਰਜਾਂ ਅਤੇ ਆਕਸੀਜਨ ਤੇ ਟੈਸਟਿੰਗ ਉਪਕਰਨ ਖਰੀਦਣ ਦੇ ਵਿੱਚ ਸਹਿਯੋਗ ਲਈ ਆਪਣੇ ਵਸੀਲਿਆਂ ਅਤੇ ਤਕਨੀਕ ਦੀ ਲਗਾਤਾਰ ਵਰਤੋਂ ਕਰਦੀ ਰਹੇਗੀ। ਭਾਰਤ ਦੀ ਮਦਦ ਦੇ ਵਿੱਚ ਨੈਟਕੋ ਫਾਰਮਾ ਲਿਮਟਿਡ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੇ ਵਿੱਚ ਮੋਲਨੂਪਿਰਾਵਰ ਕੈਪਸੂਲ ਦੀ ਵਰਤੋਂ ਦੀ ਇਜਾਜ਼ਤ ਮੰਗੀ ਹੈ। ਕੰਪਨੀ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਲਈ ਮੋਲਨੂਪਿਰਾਵਰ ਕੈਪਸੂਲਾਂ ਦੇ ਤੀਸਰੇ ਗੇੜ ਦੇ ਕਲੀਨਿਕਲ ਟ੍ਰਾਇਲ ਦੀ ਮਨਜ਼ੂਰੀ ਦੇ ਲਈ CBSCO ਦੇ ਵਿੱਚ ਅਪਲਾਈ ਕੀਤਾ ਹੈ। ਅਮਰੀਕਾ ਦੀ ਮੁੱਖ ਫਾਰਮਾ ਕੰਪਨੀ ਮੈਰਿਕ ਨੇ ਰਿਜ਼ਬੈਕ ਬਾਇਓਥੈਰਾਪਿਊਟਿਕਸ ਦੇ ਨਾਲ ਮਿਲ ਕੇ ਮੋਲਨੂਪਿਰਾਵਰ ਕੈਪਸੂਲ ਬਣਾਇਆ ਹੈ। ਸ਼ਹਿਰ ਦੇ ਵਿੱਚ ਹੈਦਰਾਬਾਦ ਦੇ ਵਿੱਚ ਸਥਿਤ ਦਵਾਈ ਨਿਰਮਾਤਾ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਹੁਣ ਤੱਕ ਕੀਤੇ ਗਏ ਟ੍ਰਾਇਲ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮੋਲਨੂਪਿਰਾਵਰ SARS-CoV-2 ਵਾਇਰਸ ਨੂੰ ਰੋਕਣ ਦੇ ਵਿੱਚ ਅਸਰਦਾਰ ਹੈ ਤੇ ਵੱਡੇ ਪੱਧਰ ਤੇ ਇਨਫਲੂਐਂਜ਼ਾ ਨੂੰ ਰੋਕਦਾ ਹੈ। ਸੋ ਹੁਣ ਦੇਖਣਾ ਹੈ ਕਿ CBSO ਇਸ ਦੇ ਲਈ ਮਨਜ਼ੂਰੀ ਦਿੰਦਾ ਹੈ ਜਾਂ ਫਿਰ ਨਹੀਂ ਦਿੰਦਾ। ਜੇ ਮਨਜ਼ੂਰੀ ਮਿਲਦੀ ਹੈ ਤਾਂ ਕੰਪਨੀ ਦੇ ਵੱਲੋਂ ਮਹੀਨੇ ਦੇ ਵਿੱਚ ਹੀ ਦਵਾਈ ਮੁਹੱਈਆ ਕਰਵਾ ਦਿੱਤੀ ਜਾਏਗੀ। ਭਾਰਤ ਸਰਕਾਰ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਕੰਪਨੀਆਂ Facebook, Twitter, Instagram ਤੇ YouTube ਨੂੰ ਉਹਨਾਂ ਪੋਸਟਾਂ ਨੂੰ ਹਟਾਉਣ ਦੇ ਲਈ ਸ਼ਰੇਆਮ ਕਹਿ ਦਿੱਤਾ ਸੀ ਜੋ ਫੇਕ ਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਦੇਸ਼ ਦੇ ਵਿੱਚ ਕੋਰੋਨਾ ਦੇ ਦੌਰਾਨ ਫੈਲਾ ਰਹੀਆਂ ਨੇ। ਟਾਈਮਜ਼ ਆਫ ਇੰਡੀਆ ਦੀ ਖਬਰ ਦੇ ਮੁਤਾਬਿਕ ਜਿਨ੍ਹਾਂ ਪੋਸਟਾਂ ਬਾਰੇ ਭਾਰਤ ਸਰਕਾਰ ਨੇ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਲਿਖਿਆ ਸੀ ਉਹ ਹੁਣ ਹਟਾ ਦਿੱਤੇ ਗਏ ਨੇ। ਹਾਲਾਂਕਿ IT ਮੰਤਰਾਲੇ ਦੇ ਸੂਤਰਾਂ ਦੇ ਮੁਤਾਬਿਕ ਉਹਨਾਂ ਨੇ ਸਿਰਫ ਅਜਿਹੀਆਂ ਪੋਸਟਾਂ ਦੇ ਉੱਤੇ ਹੀ ਐਕਸ਼ਨ ਲੈਣ ਲਈ ਕਿਹਾ ਸੀ ਜੋ ਵਾਇਰਸ ਦੇ ਖਿਲਾਫ ਲੜਾਈ ਦੇ ਵਿੱਚ ਲੋਕਾਂ ਨੂੰ ਭਟਕਾ ਰਹੀਆਂ ਸੀ, ਗਲਤ ਰਾਹੇ ਪਾ ਰਹੀਆਂ ਸੀ। ਤੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਕਾਰਵਾਈ ਦੇ ਪਿੱਛੇ ਮੰਤਵ ਹੈ ਜਿਹੜਾ ਉਹ ਆਲੋਚਨਾ ਨੂੰ ਬਲੌਕ ਕਰਨਾ ਨਹੀਂ ਸੀ ਬਲਕਿ ਭੜਕਾਊ ਪੋਸਟਾਂ ਨੂੰ ਹਟਾਉਣਾ ਸੀ। ਇਹ ਕਿਹਾ ਭਾਰਤ ਸਰਕਾਰ ਦੇ IT ਮੰਤਰਾਲੇ ਨੇ ਕਿ ਅਸੀਂ ਸਿਰਫ ਜਾਲੀ ਕੋਵਿਡ ਪੋਸਟਾਂ ਨੂੰ ਹਟਾਉਣ ਲਈ ਕਿਹਾ ਹੈ, ਆਲੋਚਨਾ ਵਾਲੀਆਂ ਨਹੀਂ। ਆਲੋਚਨਾ ਕੀਤੀ ਜਾ ਸਕਦੀ ਹੈ। ਵੱਡੀ ਖਬਰ ਇਹ ਵੀ ਮਿਲ ਰਹੀ ਹੈ ਕਿ ਹਥਿਆਰਬੰਦ ਬਲਾਂ ਦੇ ਸੇਵਾ ਮੁਕਤ ਅਤੇ ਸਵੈ ਇੱਛੁਕ ਸੇਵਾ ਮੁਕਤੀ ਲੈਣ ਵਾਲੇ ਮੈਡੀਕਲ ਸਟਾਫ ਨੂੰ ਹੁਣ ਕੋਰੋਨਾ ਦੇ ਖਿਲਾਫ ਲੜਾਈ ਦੇ ਵਿੱਚ ਮਦਦ ਕਰਨ ਲਈ ਸੱਦਿਆ ਗਿਆ ਹੈ। ਸੁਰੱਖਿਆ ਬਲਾਂ ਨੇ ਸੇਵਾ ਮੁਕਤ ਮੈਡੀਕਲ ਸਟਾਫ ਨੂੰ ਸੱਦਿਆ ਹੈ। ਆਪਣੀ ਇੱਛਾ ਦੇ ਮੁਤਾਬਿਕ ਉਹ ਮਦਦ ਕਰਨ ਦੇ ਲਈ ਜਾ ਸਕਦੇ ਨੇ। ਸੇਵਾ ਮੁਕਤ ਕਰਮਚਾਰੀ ਆਪਣੇ ਘਰ ਦੇ ਨੇੜੇ ਸਥਿਤ ਕੋਵਿਡ-19 ਕੇਂਦਰਾਂ ਤੇ ਕੰਮ ਕਰਨਗੇ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਦੀ ਬਿਮਾਰੀ ਦੇ ਦਰਮਿਆਨ ਇਹ ਸੱਦਾ ਜਿਹੜਾ ਦਿੱਤਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਮੋਦੀ ਨੂੰ ਦੱਸਿਆ ਕਿ ਹੋਰਨਾਂ ਮੈਡੀਕਲ ਅਫਸਰਾਂ ਜਿਹੜੇ 2 ਸਾਲ ਤੋਂ ਪਹਿਲਾਂ ਸੇਵਾ ਮੁਕਤ ਹੋਏ ਸਨ ਉਹਨਾਂ ਨੂੰ ਵੀ ਮੈਡੀਕਲ ਐਮਰਜੈਂਸੀ ਹੈਲਪਲਾਈਨ ਤੇ ਸਲਾਹ ਦੇਣ ਦੀ ਬੇਨਤੀ ਕੀਤੀ ਗਈ ਹੈ। ਭਾਰਤ ਸਰਕਾਰ ਵੀ ਹੁਣ ਮੰਨਦੀ ਹੈ ਕਿ ਲੋਕ ਡਰ ਕਾਰਨ ਜ਼ਿਆਦਾ ਬਿਮਾਰ ਹੋ ਰਹੇ ਨੇ। ਕੇਂਦਰੀ ਸਿਹਤ ਮੰਤਰਾਲੇ ਦੇ ਜਿਹੜੇ ਵਧੀਕ ਸਕੱਤਰ ਪਿਊਸ਼ ਗੋਇਲ ਹੈਗੇ ਨੇ, ਜਿਹੜੇ ਕੇਂਦਰੀ ਮੰਤਰੀ ਵੀ ਹੈਗੇ ਨੇ, ਉਹਨਾਂ ਨੇ ਕਿਹਾ ਕਿ ਡਾਕਟਰਾਂ ਦੀ ਸਲਾਹ ਦੇ ਉੱਤੇ ਹੀ ਤੁਸੀਂ ਹੁਣ ਹਸਪਤਾਲਾਂ ਦੇ ਵਿੱਚ ਭਰਤੀ ਹੋਵੋ, ਯਾਨੀ ਕਿ ਹਰ ਕਿਸੇ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਹੈ। ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਾਡੇ ਕੋਲ ਲੋੜੀਂਦੀ ਮਾਤਰਾ ਦੇ ਵਿੱਚ ਆਕਸੀਜਨ ਮੌਜੂਦ ਹੈ, ਪਰ ਚੁਣੌਤੀ ਇਸ ਆਕਸੀਜਨ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਉਣ ਦੀ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਲੋਕਾਂ ਨੂੰ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੇ ਕਿ ਕੋਰੋਨਾ ਦੀ ਮੌਜੂਦਾ ਸਥਿਤੀ ਤੋਂ ਘਬਰਾਓ ਨਹੀਂ, ਘਬਰਾਹਟ ਕਾਰਨ ਲੋਕਾਂ ਨੂੰ ਵੱਧ ਨੁਕਸਾਨ ਹੋ ਰਿਹਾ ਹੈ। ਕੇਂਦਰ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਰੋਨਾ ਪੀੜਤ ਵਿਅਕਤੀ ਤੋਂ ਦੂਰੀ ਨਾ ਰੱਖੀ ਜਾਵੇ ਤਾਂ ਇੱਕ ਵਿਅਕਤੀ ਘੱਟੋ ਘੱਟ 400 ਤੋਂ ਵੱਧ ਲੋਕਾਂ ਨੂੰ ਕੋਰੋਨਾ ਤੋਂ ਪੀੜਤ ਕਰ ਸਕਦਾ ਹੈ। ਸੋ ਸਰਕਾਰ ਜਿਹੜਾ ਕਹਿ ਰਹੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਅਸੀਂ ਜਿਹੜੀਆਂ ਕਮੀਆਂ ਨੇ ਉਹ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਇੱਥੇ ਵੱਡਾ ਸਵਾਲ ਇਹੀ ਉੱਠਦਾ ਹੈ ਕਿ ਕੀ 1 ਸਾਲ ਦੇ ਵਿੱਚ ਉਹਨਾਂ ਕਮੀਆਂ ਨੂੰ ਦੂਰ ਹੀ ਨਹੀਂ ਕਰ ਪਾਈ ਸਰਕਾਰ? ਆਖਿਰਕਾਰ ਆਕਸੀਜਨ ਦੀ ਇੰਨੀ ਜਿਹੜੀ ਮਾਰਾਮਾਰੀ ਵਧੀ ਹੋਈ ਹੈ, ਸਰਕਾਰ ਕਹਿ ਰਹੀ ਹੈ ਸਾਡੇ ਕੋਲੇ ਆਕਸੀਜਨ ਲੋੜੀਂਦੀ ਮਾਤਰਾ ਵਿੱਚ ਹੈ ਪਰ ਸਿਰਫ ਉਹਦੀ ਸਪਲਾਈ ਨਹੀਂ ਹੋ ਰਹੀ। ਤਾਂ ਇਹ ਕਿੰਨੀ ਕੁ ਵੱਡੀ ਔਖੀ ਗੱਲ ਹੈ। ਜੇ ਇੱਕ ਖਾਲਸਾ ਏਡ ਵਰਗੀ ਸੰਸਥਾ ਜਾਂ ਹੋਰ ਸੰਸਥਾਵਾਂ ਜਿਹੜੀਆਂ ਜੁਟੀਆਂ ਹੋਈਆਂ ਨੇ ਉਹ ਲੋਕਾਂ ਦੇ ਘਰੋਂ ਘਰੀ ਆਕਸੀਜਨ ਪਹੁੰਚਾ ਰਹੀਆਂ ਨੇ ਤਾਂ ਕੀ ਸਰਕਾਰ ਇਹ ਨਹੀਂ ਕਰ ਸਕਦੀ? ਸਰਕਾਰ ਫੌਜ ਦੀ ਮਦਦ ਵੀ ਲੈ ਰਹੀ ਹੈ, ਸਰਕਾਰ ਹਰ ਤਰ੍ਹਾਂ ਦੇ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਦੀ ਮਦਦ ਲੈ ਰਹੀ ਹੈ। ਤਾਂ ਲੋਕਾਂ ਦੇ ਘਰਾਂ ਤੱਕ ਜਾਂ ਹਸਪਤਾਲਾਂ ਤੱਕ ਸਰਕਾਰ ਆਕਸੀਜਨ ਪਹੁੰਚਾਉਣ ਦੇ ਵਿੱਚ ਫੇਲ ਕਿਉਂ ਹੈ? ਆਖਿਰਕਾਰ 1 ਸਾਲ ਦੇ ਵਕਫੇ ਦੇ ਵਿੱਚ ਸਰਕਾਰ ਨੇ ਸਿੱਖਿਆ ਕੀ ਹੈ, ਸੁਧਾਰਿਆ ਕੀ ਹੈ, ਕਿਹੜੀਆਂ ਕਮੀਆਂ ਨੂੰ ਦੂਰ ਕੀਤਾ ਹੈ? ਇਹ ਸਵਾਲ ਤਾਂ ਜ਼ਰੂਰ ਉੱਠਣਗੇ ਜਦੋਂ ਹਾਲਾਤ ਇਹੋ ਜਿਹੇ ਬਣੇ ਹੋਏ ਨੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਅੰਦੋਲਨ ਅੱਗੇ ਵੀ ਜਾਰੀ ਰਹੇਗਾ। ਜਦੋਂ ਤੱਕ ਭਾਰਤ ਸਰਕਾਰ ਸਾਡੇ ਮੁੱਦਿਆਂ ਤੇ ਗੱਲਬਾਤ ਨਹੀਂ ਕਰੇਗੀ ਉਦੋਂ ਤੱਕ ਅੰਦੋਲਨ ਖਤਮ ਨਹੀਂ ਹੋਏਗਾ, ਕਿਸਾਨ ਵਾਪਸ ਨਹੀਂ ਆਏਗਾ। ਰਾਕੇਸ਼ ਟਿਕੈਤ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਸਰਕਾਰ ਕੋਰੋਨਾ ਦੀ ਦਹਿਸ਼ਤ ਫੈਲਾ ਕੇ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ, ਪਰ ਅਸੀਂ ਸਪਸ਼ਟ ਕਰ ਦਈਏ ਕਿ ਅਸੀਂ ਉਦੋਂ ਇੱਥੋਂ ਉੱਠਾਂਗੇ ਜਦੋਂ ਸਰਕਾਰ ਸਾਡੇ ਮੁੱਦਿਆਂ ਦਾ ਹੱਲ ਕਰੇਗੀ।
ਅਸੀਂ ਕਰੋਨਾ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ, ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਜਾ ਰਹੀ। ਸਾਡੇ ਮੋਰਚਿਆਂ ਦੇ ਵਿੱਚ ਇੱਕ ਵੀ ਕਿਸਾਨ ਹਾਲੇ ਤੱਕ ਕਰੋਨਾ ਪੀੜਤ ਨਹੀਂ ਪਾਇਆ ਗਿਆ। ਬਹਿਬਲ ਕਲਾਂ ਗੋਲੀकांड ਦੀ ਗੱਲ ਕਰ ਲਈਏ ਤਾਂ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਰਲ ਮਿਲ ਕੇ ਕੋਈ ਵੱਡਾ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਨੇ ਤੇ ਮੰਗਲਵਾਰ ਨੂੰ 27 ਅਪ੍ਰੈਲ ਨੂੰ ਮੋਹਾਲੀ ਦੇ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਵਿਖੇ ਇਹਨਾਂ ਸਾਰੇ ਜਿਹੜੇ ਧਾਰਮਿਕ ਤੇ ਸਿਆਸੀ ਲੀਡਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ, ਜਿਸ ਦੀ ਪ੍ਰਧਾਨਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਕਰਨਗੇ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਸਮੇਤ ਹੋਰ ਵੀ ਕਈ ਜਿਹੜੀਆਂ ਸ਼ਖਸੀਅਤਾਂ ਨੇ ਉਹ ਸ਼ਾਮਿਲ ਹੋ ਰਹੀਆਂ ਨੇ ਤੇ ਇਸ ਤੋਂ ਪਹਿਲਾਂ ਐਤਵਾਰ ਨੂੰ 25 ਅਪ੍ਰੈਲ ਨੂੰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਵੱਖ-ਵੱਖ ਸਿਆਸੀ ਧਿਰਾਂ ਦੇ ਲੀਡਰਾਂ ਨੇ ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਇੱਕ ਬੈਠਕ ਕੀਤੀ। ਇਸ ਬੈਠਕ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਧਨੌਲਾ, ਦਲ ਖਾਲਸਾ ਦੇ ਲੀਡਰ ਕੰਵਰਪਾਲ ਸਿੰਘ, ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਸਮੇਤ ਹੋਰ ਕਈ ਲੀਡਰ ਵੀ ਸ਼ਾਮਿਲ ਸਨ ਅਤੇ ਬਹਿਬਲ ਕਲਾਂ ਗੋਲੀकांड ਦੇ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਵੀ ਇਸ ਮੌਕੇ ਸ਼ਾਮਿਲ ਸਨ ਤੇ ਹੁਣ ਜੋ ਬੈਠਕ ਦੇ ਵਿੱਚ ਕੋਈ ਰਣਨੀਤੀ ਉਲੀਕੀ ਗਈ ਹੈ, ਇਸ ਦਾ ਐਲਾਨ 27 ਅਪ੍ਰੈਲ ਨੂੰ ਕੀਤਾ ਜਾਏਗਾ। ਇਹਨਾਂ ਲੀਡਰਾਂ ਨੇ ਹਾਲੇ ਕੁਝ ਵੀ ਨਹੀਂ ਦੱਸਿਆ। ਸੁਖਪਾਲ ਸਿੰਘ ਖਹਿਰਾ ਨੇ ਇਹੀ ਕਿਹਾ ਕਿ 27 ਅਪ੍ਰੈਲ ਨੂੰ ਇਸ ਬਾਰੇ ਕੋਈ ਅਗਲਾ ਐਕਸ਼ਨ ਹੈ ਜਿਹੜਾ ਉਹ ਐਲਾਨਿਆ ਜਾਏਗਾ। ਹਾਲਾਂਕਿ ਇਹ ਵੀ ਚਰਚਾ ਹੋ ਰਹੀ ਹੈ ਕਿ ਸ਼ਾਇਦ ਬਰਗਾੜੀ ਵਰਗਾ ਮੋਰਚਾ ਮੁੜ ਤੋਂ ਲੱਗ ਸਕਦਾ ਹੈ, ਪਰ ਸਾਡੇ ਸੂਤਰ ਦੱਸਦੇ ਨੇ ਕਿ ਅਜਿਹਾ ਮੋਰਚਾ ਨਹੀਂ ਲੱਗ ਸਕਦਾ। ਕਰੋਨਾ ਦੇ ਕਹਿਰ ਦੇ ਦਰਮਿਆਨ ਅਜਿਹਾ ਜਿਹੜਾ ਕੋਈ ਵੀ ਫੈਸਲਾ ਲੈਣ ਦੇ ਲਈ ਜਥੇਬੰਦੀਆਂ ਰਾਜ਼ੀ ਨਹੀਂ ਹਨ, ਪਰ ਕੋਈ ਨਾ ਕੋਈ ਜਿਹੜਾ ਪ੍ਰੋਗਰਾਮ ਹੈ ਉਹ ਜ਼ਰੂਰ ਦਿੱਤਾ ਜਾਏਗਾ। ਸੋ 27 ਅਪ੍ਰੈਲ ਨੂੰ ਅਸੀਂ ਵੀ ਤੁਹਾਨੂੰ ਇੱਕ ਖਬਰ ਦੀ ਅਪਡੇਟ ਦੇਵਾਂਗੇ। ਇਸੇ ਦਰਮਿਆਨ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਬੇਅਦਬੀ ਮਸਲੇ ਤੇ ਚੁੱਪ ਨਹੀਂ ਬੈਠ ਰਹੇ। ਰੋਜ਼ਾਨਾ ਉਹਨਾਂ ਦੇ ਬਿਆਨ ਨੇ ਜਿਹੜੇ ਉਹ ਟਵਿੱਟਰ ਦੇ ਉੱਤੇ ਜਾਰੀ ਕੀਤੇ ਜਾਂਦੇ ਨੇ। ਹਾਲਾਂਕਿ ਕਾਂਗਰਸ ਜਿਹੜੇ ਲੀਡਰ ਹੈਗੇ ਨੇ ਉਹ ਵੀ ਸਿੱਧੂ ਨੂੰ ਕਈ ਵਾਰੀ ਚੇਤਾਵਨੀ ਵੀ ਦੇ ਚੁੱਕੇ ਨੇ, ਵਰਤ ਚੁੱਕੇ ਨੇ, ਪਰ ਨਵਜੋਤ ਸਿੰਘ ਸਿੱਧੂ ਨਹੀਂ ਰੁਕ ਰਹੇ। ਬੇਅਦਬੀ ਮਸਲੇ ਤੇ ਉਹਨਾਂ ਨੇ ਧੜਾਧੜ 3 ਟਵੀਟ ਕੀਤੇ ਨੇ 26 ਅਪ੍ਰੈਲ ਨੂੰ। ਕਿਹਾ ਕਿ ਸਾਡੇ ਕੋਲ ਇੱਕ ਆਪਸ਼ਨ ਸੀ ਕਿ ਜਾਂ ਤਾਂ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਸਵੀਕਾਰ ਕਰਦੇ ਜਾਂ ਫਿਰ ਹਾਈ ਕੋਰਟ ਦੇ ਫੈਸਲੇ ਨੂੰ ਸਰਵਉੱਚ ਅਦਾਲਤ ਵਿੱਚ ਚੁਣੌਤੀ ਦਿੰਦੇ, ਪਰ ਸਰਕਾਰ ਦਾ ਇੱਕੋ ਹੀ ਇਰਾਦਾ ਸੀ ਤੇ ਇਸ ਮਾਮਲੇ ਦੇ ਵਿੱਚ ਦੇਰੀ ਕੀਤੀ ਗਈ ਹੈ, ਯਾਨੀ ਕਿ ਕੈਪਟਨ ਸਰਕਾਰ ਨੂੰ ਮੁੜ ਤੋਂ ਨਿਸ਼ਾਨੇ ਤੇ ਲਿਆ ਹੈ। ਸਿੱਧੂ ਨੇ ਕਿਹਾ ਕਿ ਸਵਾਲ ਨਵੀਂ SIT ਬਣਾਉਣ ਦਾ ਨਹੀਂ ਹੈ, ਸਵਾਲ ਤਾਂ ਇਹ ਹੈ ਕਿ ਪੁਰਾਣੀ SIT ਨੇ ਆਖਿਰਕਾਰ 6 ਸਾਲਾਂ ਦੇ ਵਿੱਚ ਕੀਤਾ ਕੀ ਹੈ। ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਟਵੀਟ ਕੀਤਾ, ਪੰਜਾਬ ਸਰਕਾਰ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਨਿਸ਼ਾਨੇ ਤੇ ਲਿਆ। ਕਿਹਾ ਕਿ ਇਤਿਹਾਸ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਕਿਸੇ ਮਾਮਲੇ ਦੀ ਜਾਂਚ ਮੁੜ ਉਸੇ ਏਜੰਸੀ ਨੂੰ ਦੇਣਾ ਮਾਮਲੇ ਦੇ ਨਾਲ ਸਮਝੌਤਾ ਕਰਨ ਦੇ ਬਰਾਬਰ ਹੈ। ਇਸ ਤਰ੍ਹਾਂ ਦੋਸ਼ੀ ਨੂੰ ਆਪਣੇ ਬਚਾਅ ਦਾ ਦੂਸਰਾ ਮੌਕਾ ਮਿਲ ਜਾਂਦਾ ਹੈ। ਜੇ ਸਰਕਾਰ ਚਾਹਵੇ ਤਾਂ ਮਾਮਲੇ ਦੀ ਘੱਟ ਸਮੇਂ ਦੇ ਵਿੱਚ ਨਿਰਪੱਖ ਜਾਂਚ ਹੋ ਸਕਦੀ ਹੈ। ਦਿਨ ਪ੍ਰਤੀ ਦਿਨ ਮੁਕੱਦਮੇ ਦੇ ਲਈ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਸਿੱਧੂ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਨਾਜ਼ੁਕ ਅਤੇ ਸੰਵੇਦਨਸ਼ੀਲ ਮੁੱਦੇ ਤੇ, ਭਾਵਨਾਤਮਕ ਮੁੱਦੇ ਤੇ ਸਰਕਾਰ ਨੂੰ ਲੋਕਾਂ ਮੂਹਰੇ ਜਵਾਬਦੇਹ ਤੇ ਪਾਰਦਰਸ਼ੀ ਬਣਾਉਣ ਦਾ ਇੱਕੋ ਇੱਕ ਰਾਹ ਸੀ ਕਿ ਸਾਡੇ ਕੋਲ ਭਾਰਤ ਦੇ ਸਭ ਤੋਂ ਕਾਬਿਲ ਵਕੀਲਾਂ ਦੇ ਨਾਲ ਲੈਸ ਇੱਕ ਟੀਮ ਹੁੰਦੀ। ਸਿੱਧੂ ਨੇ ਕਿਹਾ ਕਿ ਇਸ ਟੀਮ ਨੂੰ ਪਹਿਲੇ ਦਿਨ ਤੋਂ ਹੀ ਪਹਿਲ ਦਿੱਤੀ ਜਾਣੀ ਚਾਹੀਦੀ ਸੀ, ਜਿਸ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਨਾ ਹੁੰਦਾ। ਸੋ ਸਿੱਧੂ ਲਗਾਤਾਰ ਸਵਾਲ ਚੁੱਕ ਰਹੇ ਨੇ, ਪਰ ਕੈਪਟਨ ਸਰਕਾਰ ਚੁੱਪ ਹੈ। ਅਕਾਲੀ ਨੇ ਜਿਹੜੇ ਉਹ ਜ਼ਰੂਰ ਬੋਲ ਰਹੇ ਨੇ, ਉਹ ਜ਼ਰੂਰ ਭੜਕ ਰਹੇ ਨੇ। ਇਸੇ ਦਰਮਿਆਨ ਵਿਕਰਮ ਸਿੰਘ ਮਜੀਠੀਆ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਦੀ ਵੀ ਤੁਹਾਨੂੰ ਅਪਡੇਟ ਦਿੰਨੇ ਆ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਬੇਅਦਬੀ ਤੇ ਗੋਲੀकांड ਦੇ ਇਨਸਾਫ ਦੀ ਲੜਾਈ ਲੜਨ ਵਾਲੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਹੁਣ ਸਾਬਕਾ IG ਹੋ ਚੁੱਕੇ ਨੇ, ਉਹਨਾਂ ਨੂੰ ਸਿੱਖ ਪੰਥ ਦੇ ਵੱਲੋਂ ਸਨਮਾਨਿਤ ਕੀਤਾ ਜਾਏਗਾ 30 ਅਪ੍ਰੈਲ ਨੂੰ 골ਡ ਮੈਡਲ ਦੇ ਨਾਲ। ਇਸ ਦਾ ਐਲਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਹੈ। ਦਾਦੂਵਾਲ ਨੇ ਕਿਹਾ ਕਿ ਕਤਲकांड ਦੇ ਵਿੱਚ ਦੋਸ਼ੀ ਲੋਕ ਪਹਿਲੇ ਦਿਨ ਤੋਂ ਹੀ ਘਬਰਾਹਟ ਦੇ ਵਿੱਚ ਸਨ ਤੇ ਉਹ ਇੱਕ ਨਿਡਰ ਬੇਬਾਕ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਣਾ ਚਾਹੁੰਦੇ ਸਨ ਤੇ ਹੁਣ ਉਹਨਾਂ ਦੀ ਮਨਸ਼ਾ ਪੂਰੀ ਹੋ ਚੁੱਕੀ ਹੈ। ਪਰ ਸਿੱਖ ਕੌਮ, ਸਾਰਾ ਸਿੱਖ ਪੰਥ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਾਰਗੁਜ਼ਾਰੀ ਤੋਂ ਖੁਸ਼ ਹੈ ਤੇ ਆਉਣ ਵਾਲੀ 30 ਅਪ੍ਰੈਲ ਨੂੰ ਸਵੇਰੇ 11 ਵਜੇ ਸਮੁੱਚੇ ਸਿੱਖ ਪੰਥ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਫੁਹਾਰੇ ਦੇ ਕੋਲ ਖੁੱਲੀ ਥਾਂ ਦੇ ਉੱਪਰ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਤੇ ਇਹ ਸਨਮਾਨ ਸਮੁੱਚੇ ਸਿੱਖ ਪੰਥ, ਇਨਸਾਫ ਪਸੰਦ ਲੋਕਾਂ, ਸ਼ਹੀਦ ਪਰਿਵਾਰਾਂ, ਸਿੱਖ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ ਦਿੱਤਾ ਜਾਏਗਾ, ਜਿਸ ਵਿੱਚ ਵੱਖ-ਵੱਖ ਜਿਹੜੀਆਂ ਸ਼ਖਸੀਅਤਾਂ ਸ਼ਾਮਿਲ ਹੋਣਗੀਆਂ। ਹਾਲਾਂਕਿ ਵੱਡਾ ਇਕੱਠ ਨਹੀਂ ਕੀਤਾ ਜਾਏਗਾ ਕਰੋਨਾ ਦੇ ਕਰਕੇ।
ਸੋ ਪੂਰਾ ਸਿੱਖ ਪੰਥ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਨਮਾਨਿਤ ਕਰਨ ਜਾ ਰਿਹਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਲਗਾਤਾਰ ਤਿੱਖੇ ਨਿਸ਼ਾਨੇ ਸਾਧ ਰਹੇ ਨੇ। ਇੱਥੋਂ ਤੱਕ ਕਿ ਇੱਕ ਲੀਡਰ ਨੇ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮਾਨਸਿਕ ਰੋਗੀ ਤੱਕ ਕਹਿ ਦਿੱਤਾ ਹੈ ਤੇ ਹੁਣ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਈ ਮੁੱਦਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਅਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਲੀ ਨਾਮ ਵੀ ਨਹੀਂ ਲਿਆ। ਉਹਨਾਂ ਨੇ ਬਹੁਤ ਹੀ ਜਿਹੜਾ ਹੈਗਾ ਅਜਿਹੀ ਸ਼ਬਦਾਵਲੀ ਵਰਤੀ ਹੈ ਜਿਹੜੀ ਅਸੀਂ ਤੁਹਾਡੇ ਸਾਹਮਣੇ ਨਹੀਂ ਬੋਲ ਸਕਦੇ। ਕਿਹਾ ਕਿ ਪੰਜਾਬ ਪੁਲਿਸ 'ਚ ਅਫਸਰਾਂ ਦੀ ਕੋਈ ਘਾਟ ਨਹੀਂ ਹੈ, ਪਰ ਫਿਰ ਵੀ ਇਸ ਮਾਮਲੇ ਦੀ ਜਾਂਚ ਲਈ ਇਹੋ ਜਿਹਾ ਅਫਸਰ ਚੁਣਿਆ ਗਿਆ। ਕੈਪਟਨ ਸਰਕਾਰ ਦੇ ਉੱਤੇ ਨਿਸ਼ਾਨੇ ਲਾਏ ਨੇ, ਇਲਜ਼ਾਮ ਲਾਇਆ ਹੈ ਕਿ ਗਲਤ ਅਫਸਰ ਨੂੰ ਜਾਂਚ ਦੇ ਲਈ ਬਿਠਾਇਆ। ਕਹਿੰਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚਾਰਜ ਸ਼ੀਟ ਤਿਆਰ ਹੀ ਨਹੀਂ ਕੀਤੀ, ਸਿਰਫ ਘੋਗਾ ਚਿੱਤ ਹੀ ਕੀਤਾ ਸੀ। ਬੇਅਦਬੀ ਮਾਮਲੇ ਦੇ ਵਿੱਚ 11 ਬੰਦੇ ਸੀ, ਪਰ ਵਿਜੇ ਪ੍ਰਤਾਪ ਸਿੰਘ ਨੇ ਉਹਨਾਂ ਵਿੱਚੋਂ 7 ਨੂੰ ਮਾਮਲੇ ਵਿੱਚੋਂ ਕੱਢ ਹੀ ਦਿੱਤਾ। ਅੱਗੇ ਫਿਰ ਕੈਪਟਨ ਸਰਕਾਰ ਨੂੰ ਵੀ ਨਹੀਂ ਛੱਡਿਆ। ਮਜੀਠੀਆ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਕੈਪਟਨ ਸਰਕਾਰ ਨੇ ਐਸਆਈਟੀ ਬਣਾਈ ਸੀ, ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਬਣਾਈ ਸੀ। ਸਾਰਿਆਂ ਨੂੰ ਪਤਾ ਹੈ ਜੋ ਚਾਰਜ ਸ਼ੀਟ ਦਾਇਰ ਹੋਈ ਇਸ ਨੂੰ ਤਿਆਰ ਕਰਨ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਸੀ। ਸੋ ਨਵਜੋਤ ਸਿੰਘ ਸਿੱਧੂ ਦਿਨ ਪ੍ਰਤੀ ਦਿਨ ਨਿਸ਼ਾਨੇ ਲਾ ਰਹੇ ਨੇ, ਇਹਨਾਂ ਦੋਵਾਂ ਦੀ ਮਿਲੀਭੁਗਤ ਦੱਸ ਰਹੇ ਨੇ ਕੈਪਟਨ ਤੇ ਬਾਦਲਾਂ ਦੀ। ਤਾਂ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਹੁਣ ਲਪੇਟੇ ਵਿੱਚ ਲਿਆ ਹੈ। ਕਿਹਾ ਕਾਂਗਰਸ ਸਰਕਾਰ ਨੇ ਹਾਲੇ ਤੱਕ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੀ ਸੱਚਾਈ ਨੂੰ ਸਾਹਮਣੇ ਨਹੀਂ ਲਿਆਂਦਾ। ਕਾਂਗਰਸ ਨੇ ਇਸ ਮਾਮਲੇ ਵਿੱਚ ਸਾਰਾ ਕੁਝ ਆਪਣੀ ਮਰਜ਼ੀ ਦੇ ਮੁਤਾਬਿਕ ਕੀਤਾ ਤੇ ਕਰਵਾਇਆ, ਪਰ ਪਰਮਾਤਮਾ ਆਪਣੇ ਤਰੀਕੇ ਨਾਲ ਇਨਸਾਫ ਕਰੇਗਾ। ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਤੇ ਸਵਾਲ ਚੁੱਕੇ ਨੇ ਮਜੀਠੀਆ ਨੇ। ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਸੂਬੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਹਰੇਕ ਗੱਲ ਨੂੰ ਬਲੇਮ ਗੇਮ ਵਿੱਚ ਬਦਲਣ ਦੇ ਵਿੱਚ ਰੁੱਝੀ ਹੋਈ ਹੈ। ਕੈਪਟਨ ਨੇ 4 ਸਾਲਾਂ 'ਚ ਕੋਈ ਕੰਮ ਨਹੀਂ ਕੀਤਾ, ਸਾਰੀਆਂ ਨਾਕਾਮੀਆਂ ਨੇ। ਹਸਪਤਾਲਾਂ 'ਚ ਆਕਸੀਜਨ ਤੇ ਸਿਹਤ ਸਹੂਲਤਾਂ ਦੀ ਘਾਟ ਹੈ, ਕਰੋਨਾ ਦਾ ਪ੍ਰਸਾਰ ਵੱਧ ਰਿਹਾ ਹੈ, ਮੌਤ ਦਰ ਵੱਧ ਰਹੀ ਹੈ, ਬੇਅਦਬੀ ਦੇ ਮੁੱਦੇ ਦਾ ਸਿਆਸੀਕਰਨ ਕੀਤਾ ਹੈ, ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਇਆ। ਇਹ ਸਾਰੇ ਮੁੱਦਿਆਂ ਤੇ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਕਿਹਾ ਕਿ ਕਾਂਗਰਸ ਆਪਣੀਆਂ ਜ਼ਿੰਮੇਵਾਰੀਆਂ ਤੋਂ ਅੱਜ ਭੱਜ ਰਹੀ ਹੈ। 26 ਜਨਵਰੀ 2021 ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਮਸਲੇ ਦੇ ਵਿੱਚ ਦੂਸਰੇ ਕੇਸ ਦੇ ਵਿੱਚੋਂ ਵੀ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਤੇ ਹੁਣ ਦੀਪ ਸਿੱਧੂ ਦੇ ਸਮਰਥਕਾਂ ਨੂੰ ਉਸ ਦੀ ਰਿਹਾਈ ਦੀ ਉਡੀਕ ਹੈ। ਤਿਹਾੜ ਜੇਲ੍ਹ ਦੇ ਵਿੱਚ ਦੀਪ ਸਿੱਧੂ ਬੰਦ ਸੀ ਪਿਛਲੇ ਕਈ ਦਿਨਾਂ ਤੋਂ, ਤਕਰੀਬਨ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ। 17 ਅਪ੍ਰੈਲ ਨੂੰ ਵੀ ਦਿੱਲੀ ਦੀ 30 ਹਜ਼ਾਰੀ ਅਦਾਲਤ ਨੇ ਦੀਪ ਸਿੱਧੂ ਨੂੰ 30,000 ਰੁਪਏ ਦੇ ਮੁਚਲਕੇ ਤੇ ਪਹਿਲੇ ਕੇਸ ਵਿੱਚੋਂ ਜ਼ਮਾਨਤ ਦੇ ਦਿੱਤੀ ਸੀ, ਪਰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੁਰਾਤਤਵ ਵਿਭਾਗ ਦੇ ਵੱਲੋਂ ਜੋ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਸ ਦੇ ਵਿੱਚ ਜੋ FIR ਦਰਜ ਕੀਤੀ ਗਈ ਸੀ ਉਸ ਮਾਮਲੇ ਵਿੱਚ ਮੁੜ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਦਿੱਲੀ ਪੁਲਿਸ ਨੇ ਅਦਾਲਤ ਤੋਂ ਪੁਲਿਸ ਰਿਮਾਂਡ ਮੰਗਿਆ ਸੀ, ਪਰ ਪੁਲਿਸ ਰਿਮਾਂਡ ਅਦਾਲਤ ਨੇ ਨਹੀਂ ਦਿੱਤਾ ਸੀ, ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਹੁਣ ਦੀਪ ਸਿੱਧੂ ਫਾਈਨਲੀ ਜੇਲ੍ਹ ਦੇ ਵਿੱਚੋਂ ਬਾਹਰ ਆ ਰਿਹਾ ਹੈ। ਇਸੇ ਦਰਮਿਆਨ #ਦੀਪ ਸਿੱਧੂ ਵੀ ਟਵਿੱਟਰ ਤੇ ਟ੍ਰੈਂਡ ਕਰ ਰਿਹਾ ਸੀ ਤੇ ਹੁਣ ਵੱਡਾ ਸਵਾਲ ਇਹ ਹੈ ਕਿ ਦੀਪ ਸਿੱਧੂ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਕਿਸਾਨ ਲੀਡਰਾਂ ਦਾ ਕੀ ਰੁਖ ਰਹੇਗਾ। ਕਿਸਾਨ ਲੀਡਰ ਦਿੱਲੀ ਮੋਰਚੇ ਦੇ ਵਿੱਚ, ਕਿਸਾਨ ਮੋਰਚੇ ਦੇ ਵਿੱਚ ਕੀ ਦੀਪ ਸਿੱਧੂ ਨੂੰ ਦਾਖਲ ਹੋਣ ਦੇਣਗੇ ਜਾਂ ਨਹੀਂ, ਇਹ ਵੀ ਇੱਕ ਅਹਿਮ ਸਵਾਲ ਰਹੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਹੁਕਮ ਦਿੱਤੇ ਨੇ ਕਿ 30 ਅਪ੍ਰੈਲ ਤੱਕ ਕਿਸਾਨਾਂ ਦੀਆਂ ਸਾਰੀਆਂ ਬਕਾਇਆ ਅਦਾਇਗੀਆਂ ਨੇ ਜਿਹੜੀਆਂ ਉਹ ਖਤਮ ਕੀਤੀਆਂ ਜਾਣ। ਕੈਪਟਨ ਨੇ ਖਰੀਦ ਏਜੰਸੀਆਂ ਨੂੰ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ਼ ਕਰਨ ਦੇ ਹੁਕਮ ਵੀ ਦਿੱਤੇ ਨੇ। ਸੋ ਕੈਪਟਨ ਨੇ ਤਾਂ ਹੁਕਮ ਦੇ ਦਿੱਤੇ ਨੇ, ਪਰ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਆਪਣੇ ਘਰ ਚੋਂ ਬਾਹਰ ਨਹੀਂ ਆ ਸਕਦੇ। ਉਹਨਾਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਕੀਤਾ ਅਕਾਲੀਆਂ ਨੇ। ਲੁਧਿਆਣਾ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਰਿਹਾਇਸ਼ ਦੇ ਬਾਹਰ ਕਿਸਾਨਾਂ ਨੇ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ। ਅਕਾਲੀਆਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨ ਰੁਲ ਰਹੇ ਨੇ ਤੇ ਸਰਕਾਰ ਸੁੱਤੀ ਪਈ ਹੈ। ਹਾਲਾਂਕਿ ਜਦੋਂ ਇਹਨਾਂ ਦੀ ਆਪਣੀ ਸਰਕਾਰ ਸੀ ਉਦੋਂ ਪੰਜਾਬ ਦੇ ਵਿੱਚ ਜਿਹੇ ਹੀ ਹਾਲ ਹੁੰਦੇ ਸੀ, ਜਿਹੜੀ ਵੀ ਸਰਕਾਰ ਹੁੰਦੀ ਹੈ ਉਸ ਵਕਤ ਕਿਸਾਨਾਂ ਦਾ ਇਹੀ ਹਾਲ ਹੁੰਦਾ, ਪਰ ਜਦੋਂ ਇਹ ਵਿਰੋਧੀ ਧਿਰ ਵਜੋਂ ਆ ਜਾਂਦੇ ਨੇ ਤਾਂ ਫਿਰ ਇੱਕ ਦੂਸਰੇ ਦੇ ਖਿਲਾਫ ਇਹੀ ਪ੍ਰੋਟੈਸਟ ਕਰਦੇ ਰਹਿੰਦੇ ਨੇ। ਅਕਾਲੀ ਦਲ ਦੇ ਲੀਡਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਬਾਕੀ ਸੂਬਿਆਂ ਦੇ ਵਿੱਚ ਤਾਂ ਕਣਕ ਦੀ ਖਰੀਦ ਮੁਕੰਮਲ ਹੋ ਚੁੱਕੀ ਹੈ, ਪਰ ਪੰਜਾਬ ਦੇ ਵਿੱਚ ਮੰਡੀਆਂ ਦੇ ਹਾਲਾਤ ਠੀਕ ਨਹੀਂ। ਹਾਲਾਂਕਿ ਅੰਕੜੇ ਦੱਸਦੇ ਨੇ ਕਿ ਪੂਰੇ ਭਾਰਤ ਦੇ ਵਿੱਚ ਕਣਕ ਦੀ ਜਿੰਨੀ ਖਰੀਦ ਹੋ ਚੁੱਕੀ ਹੈ ਉਸ ਦੇ ਵਿੱਚੋਂ 34% ਹਿੱਸਾ ਕੱਲਾ ਪੰਜਾਬ ਨੇ ਖਰੀਦ ਲਿਆ, ਯਾਨੀ ਕਿ ਪੰਜਾਬ ਹੈ ਜਿਹੜਾ ਕਣਕ ਦੀ ਖਰੀਦ ਦੇ ਵਿੱਚ ਮੋਹਰੀ ਸੂਬਾ ਬਣਿਆ ਹੋਇਆ। ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਕਾਫੀ ਨੇ, ਬਾਰਦਾਨੇ ਦੀ ਵੀ ਘਾਟ ਹੈ, ਖਰੀਦ ਉਸ ਤੇਜ਼ੀ ਦੇ ਨਾਲ ਨਹੀਂ ਹੋ ਰਹੀ ਜਿਸ ਤੇਜ਼ੀ ਨਾਲ
ਹੋਣੀ ਚਾਹੀਦੀ ਸੀ। 26 ਅਪ੍ਰੈਲ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ। ਸਰਵਉੱਚ ਅਦਾਲਤ ਦੇ ਜੱਜ ਮੋਹਨ ਐਮ ਸ਼ਾਂਤਨਾ ਗੌਦਰ ਦੇ ਦੇਹਾਂਤ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਨੂੰ ਇੱਕ ਦਿਨ ਲਈ ਬੰਦ ਰੱਖਣ ਦਾ ਹੁਕਮ ਕੀਤਾ ਹੋਇਆ ਸੀ। ਸਿੰਘੂ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਬਿਮਾਰੀ ਦੀ ਦਹਿਸ਼ਤ ਫੈਲਾ ਕੇ ਸਰਕਾਰ ਸਾਡਾ ਅੰਦੋਲਨ ਖਤਮ ਨਹੀਂ ਕਰ ਸਕਦੀ। ਡਰ ਦਾ ਮਾਹੌਲ ਬਣਾ ਕੇ ਸਰਕਾਰ ਕਿਸਾਨਾਂ ਨੂੰ ਇੱਥੋਂ ਨਹੀਂ ਉਠਾ ਸਕਦੀ। ਹਾਲਾਂਕਿ ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਸੀਂ ਹਸਪਤਾਲਾਂ ਦੇ ਵਿੱਚ ਭੋਜਨ, ਲੰਗਰ ਅਤੇ ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਅਸੀਂ ਪਹੁੰਚਾਵਾਂਗੇ। ਹੁਣ ਮੋਰਚਿਆਂ ਦੇ ਉੱਤੇ ਬੈਠੇ ਕਿਸਾਨ ਨੇ ਜਿਹੜੇ ਉਹ ਕਰੋਨਾ ਦੇ ਹਾਲਾਤਾਂ ਦੇ ਵਿੱਚ ਦਿੱਲੀ ਦੇ ਲੋਕਾਂ ਦੀ ਮਦਦ ਕਰਨਗੇ। ਕਿਸਾਨ ਮੋਰਚਿਆਂ ਤੇ ਦਿੱਲੀ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਕਿਸਾਨ ਡਟ ਚੁੱਕੇ ਨੇ। ਹਾਲਾਂਕਿ ਜਿਸ ਦਿਨ ਕੇਜਰੀਵਾਲ ਸਰਕਾਰ ਨੇ ਲੋਕਡਾਊਨ ਦਾ ਐਲਾਨ ਕੀਤਾ ਸੀ ਉਦੋਂ ਤੋਂ ਹੀ ਲੈ ਕੇ ਕਿਸਾਨ ਮੋਰਚਿਆਂ ਦੇ ਉੱਤੇ ਫੂਡ ਪੈਕੇਟ ਨੇ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਲਗਾਤਾਰ ਜਿਹੜੇ ਘਰਾਂ ਨੂੰ ਮੁੜ ਰਹੇ ਕਾਮੇ ਨੇ ਉਹਨਾਂ ਨੂੰ ਲਗਾਤਾਰ ਪਹੁੰਚਾਉਣੇ ਸ਼ੁਰੂ ਕੀਤੇ ਸੀ। ਤੇ ਕਿਸਾਨਾਂ ਨੇ ਲੋਕਾਂ ਨੂੰ ਇਹ ਵੀ ਸੁਨੇਹਾ ਭੇਜਿਆ ਹੈ ਕਿ ਸਾਡੇ ਵਲੰਟੀਅਰ ਨੇ ਜਿਹੜੇ ਉਹ ਅਸੀਂ ਵੱਖ-ਵੱਖ ਬਾਰਡਰਾਂ ਦੇ ਉੱਤੇ ਤਾਇਨਾਤ ਕਰ ਦਿੱਤੇ ਨੇ। ਜੇ ਕਿਸੇ ਨੂੰ ਵੀ ਸਾਡੀ ਮਦਦ ਦੀ ਲੋੜ ਹੋਵੇ ਤਾਂ ਸਾਨੂੰ ਸੰਪਰਕ ਕਰੇ। ਜਿਹੜੀ ਵੀ ਮਦਦ ਸਾਡੇ ਵਿੱਤ ਦੇ ਵਿੱਚ ਹੈ ਉਹ ਅਸੀਂ ਜ਼ਰੂਰ ਕਰਾਂਗੇ। ਤੇ ਇਸੇ ਦਰਮਿਆਨ ਟਵਿੱਟਰ ਦੇ ਉੱਤੇ ਵੀ ਜਿਹੜਾ ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਹੈ ਉਹ ਤੇ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਕਿਸਾਨਾਂ ਨੇ ਕਿ ਜਿਹੜੇ ਲੋਕਾਂ ਨੂੰ ਆਕਸੀਜਨ ਦੀ ਲੋੜ ਹੈ ਜਾਂ ਫਿਰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਟਵਿੱਟਰ ਦੇ ਉੱਤੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਮੌਸਮ ਦੀ ਗੱਲ ਕਰ ਲਈਏ ਤਾਂ ਭਾਰਤੀ ਮੌਸਮ ਵਿਭਾਗ ਨੇ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਪੱਛਮੀ ਹਿਮਾਲਿਆਈ ਖੇਤਰ ਦੇ ਵਿੱਚ 27 ਅਪ੍ਰੈਲ ਤੋਂ ਮੀਂਹ ਸ਼ੁਰੂ ਹੋ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਜੰਮੂ ਕਸ਼ਮੀਰ, ਲੱਦਾਖ, ਗਿਲਗਿਟ ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਮੀਂਹ, ਬਰਫ਼ਬਾਰੀ ਅਤੇ ਗਰਜ ਦੀ ਸੰਭਾਵਨਾ ਹੈ। ਹਾਲਾਂਕਿ ਪੰਜਾਬ ਸਮੇਤ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਬੰਗਾਲ, ਓਡੀਸ਼ਾ, ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ ਮੌਸਮ ਖੁਸ਼ਕ ਰਹੇਗਾ। ਗਰਮੀ ਹੋਰ ਵੱਧ ਸਕਦੀ ਹੈ ਇਹਨਾਂ ਸੂਬਿਆਂ ਦੇ ਵਿੱਚ। ਇਸ ਦੇ ਨਾਲ ਹੀ ਅੰਦਰੂਨੀ ਕਰਨਾਟਕਾ, ਦੱਖਣੀ ਪੂਰਬੀ ਤਾਮਿਲਨਾਡੂ, ਤੇਲੰਗਾਨਾ ਅਤੇ ਰਾਇਲਸੀਮਾ ਦੇ ਵਿੱਚ ਘੱਟ ਦਬਾਅ ਵਾਲਾ ਮਾਹੌਲ ਬਣ ਰਿਹਾ ਹੈ। ਇਸ ਦੇ ਪ੍ਰਭਾਵ ਕਰਕੇ ਆਉਣ ਵਾਲੇ 4-5 ਦਿਨਾਂ ਤੱਕ ਕੇਰਲਾ, ਮਹਾਰਾਸ਼ਟਰ ਤੇ ਦੱਖਣੀ ਭਾਰਤ ਦੇ ਪ੍ਰਾਇਦੀਪ ਖੇਤਰ ਦੇ ਵਿੱਚ ਮੀਂਹ ਜਾਂ ਹਨੇਰੀ ਆ ਸਕਦੀ ਹੈ। ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਵਿੱਚ 20 ਤੋਂ 30 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਵੀ ਅੰਦਾਜ਼ਾ ਮੌਸਮ ਵਿਭਾਗ ਨੇ ਦਿੱਤਾ ਹੈ। ਬਿਹਾਰ ਦੇ ਵਿੱਚ ਮੌਸਮ ਪੱਖੋਂ ਕਿਸਾਨਾਂ ਲਈ ਚੰਗੀ ਖਬਰ ਹੈ। ਇੱਥੇ ਮੌਨਸੂਨ ਸਮੇਂ ਸਿਰ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਦੱਸਦੀ ਹੈ ਕਿ ਮੌਨਸੂਨ ਜੂਨ ਦੇ ਅੱਧ ਤੱਕ ਬਿਹਾਰ ਦੇ ਵਿੱਚ ਆਪਣੀ ਦਸਤਕ ਦੇ ਦੇਵੇਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਤੇ ਹਿੰਮਤ ਹੌਸਲੇ ਦੇ ਵਿੱਚ ਰਿਹਾ ਕਰੋ। ਰਾਤ ਨੂੰ ਜਲਦੀ ਸੌਂ ਕੇ ਸਵੇਰੇ ਜਲਦੀ ਉੱਠਿਆ ਕਰੋ। ਕੁਦਰਤੀ ਆਕਸੀਜਨ ਹੈ ਜਿਹੜੀ ਉਹ ਜ਼ਰੂਰ ਲਿਆ ਕਰੋ। ਆਕਸੀਜਨ ਦੇ ਇਸ ਮਾਰਾਮਾਰੀ ਵਾਲੇ ਮਾਹੌਲ ਦੇ ਵਿੱਚ ਅਫਵਾਹਾਂ ਤੋਂ ਜ਼ਰੂਰ ਦੂਰ ਰਿਹਾ ਕਰੋ। ਧੰਨਵਾਦ।